ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 24 ਅਗਸਤ 2020 9 ਭਾਦੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਇਆਗਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਉਸ ਦੀ ਜਿਹੜੀ ਔਕਾਤ ਹੈ ਉਹ ਦਿਖਾਈ ਜਾ ਰਹੀ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਹਿੰਦੂਆਂ ਦੇ ਪਵਿੱਤਰ ਅਸਥਾਨ ਮਾਨਸਰੋਵਰ ਝੀਲ ਦੇ ਨੇੜੇ ਗਰਾਊਂਡ ਟੂ 에ਅਰ ਮਿਸਾਈਲ ਸਾਈਟ ਬਣਾਉਣਾ ਜੋ ਹੈ ਉਹ ਸ਼ੁਰੂ ਕਰ ਦਿੱਤਾ ਹੈ। ਔਰ ਦੂਸਰੇ ਪਾਸੇ ਭਾਰਤੀ ਫੌਜ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਤ ਰਾਵਤ ਵੱਲੋਂ ਚੀਨ ਨੂੰ ਜੰਗ ਦੀਆਂ ਜੋ ਗਿੱਦੜ ਭਬਕੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀ ਇਹ ਆਸ ਕਰਦੇ ਹਾਂ ਕਿ ਸਾਰੇ ਹੀ ਸਾਡੇ ਦਰਸ਼ਕ ਉਹਨਾਂ ਨੇ ਵੀਕਐਂਡ ਇੰਜੋਏ ਵੀ ਕੀਤਾ ਹੋਏਗਾ। ਜਿਹੜੇ ਮਜ਼ਹਬੀ ਨੇ ਉਹਨਾਂ ਨੇ ਬਰਾਬਰ, ਕਿਉਂਕਿ ਗੁਰਦੁਆਰਿਆਂ 'ਚ ਵੀ ਹੁਣ ਇਕੱਠ ਹੋਣੇ ਸ਼ੁਰੂ ਹੋਏ ਨੇ, ਮਸਜਿਦਾਂ 'ਚ ਵੀ ਨੇ, ਆਪਣੇ ਧਰਮ ਦੇ ਰਾਹੀਂ ਆਪਣੇ ਇਮਾਨ ਦੇ ਰਾਹੀਂ ਵੀ ਰੱਬ ਦੇ ਨਾਲ ਜੁੜਨਾ ਇਹ ਵੀ ਇੱਕ ਵੀਕਐਂਡ ਦਾ ਹਿੱਸਾ ਹੁੰਦਾ ਹੈ। ਹਾਲਾਂਕਿ ਸਾਡੇ ਤਾਂ ਸੱਤੇ ਦਿਨ ਹੀ ਹੁੰਦਾ ਇਹ ਕ੍ਰਿਸਚੀਅਨਿਟੀ ਦਾ ਕਨਸੈਪਟ ਇੱਕ ਦਿਨ ਚਰਚ ਖੁੱਲਣ ਦਾ ਹੈ, ਕਿਉਂਕਿ ਬਹੁਤ ਸਾਰੀਆਂ ਇਹਨਾਂ ਦੀਆਂ ਕੌਂਗਰੀਗੇਸ਼ਨ ਸੰਡੇ ਹੁੰਦੀਆਂ ਨੇ। ਇਸ ਸਭ ਦੇ ਬਾਵਜੂਦ ਕਿ ਕੋਵਿਡ-19 ਨੂੰ ਲੈ ਕੇ ਵਾਇਰਸ ਨੂੰ ਉਸ ਦਾ ਸਪਰੈਡ ਦੀ ਗੱਲ ਹੁੰਦੀ ਹੈ ਔਰ ਵੈਕਸੀਨੇਸ਼ਨ ਦੀ ਗੱਲ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਦਾਅਵਾ ਕੀਤਾ ਕਿ ਜੀ ਮੈਂ ਆਪਣੀ ਡਾਟਰ ਤੇ ਐਕਸਪੈਰੀਮੈਂਟ ਕੀਤਾ ਹੈ ਔਰ ਅਵੇਲੇਬਲ ਹੋਏਗੀ। ਭਾਰਤ ਵੱਲੋਂ ਵੀ ਇਹ ਸੀ ਕਿ ਜੀ ਬਣ ਗਈ, ਆਲ ਇੰਡੀਆ ਇੰਸਟੀਚਿਊਟ ਨੇ ਬਣਾਤੀ। ਦੂਜਾ ਔਰ ਉਹਨਾਂ ਦੇ ਹਿੰਦੂ ਤਵੀਆਂ ਦਾ ਇਹ ਵੀ ਸੀ ਜੀ ਕਿ 15 ਅਗਸਤ ਨੂੰ ਇੱਕ ਪਾਸੇ ਤਿਰੰਗਾ ਝੰਡਾ ਲਹਿਰਾਇਆ ਜਾਏਗਾ, ਦੂਜੇ ਪਾਸੇ ਵੈਕਸੀਨੇਸ਼ਨ ਲਾਂਚ ਕੀਤੀ ਜਾਏਗੀ। ਲੇਕਿਨ ਇਹ ਕਿਤੇ ਵੀ ਦੂਰ ਦੂਰ ਤੱਕ ਵੀ ਇਸ ਦਾ ਕੋਈ ਇਲਾਜ ਹਾਲ ਦੀ ਘੜੀ ਨਜ਼ਰ ਨਹੀਂ ਆਉਂਦਾ ਔਰ ਬੜੀ ਤੇਜ਼ੀ ਦੇ ਨਾਲ ਜਿਹੜੇ ਕੇਸਿਸ ਨੇ ਉਹ ਸਪਰੈਡ ਹੋ ਰਹੇ ਨੇ। ਭਾਰਤ ਇਸ ਵੇਲੇ ਲਗਭਗ ਇੱਕ ਐਪੀ ਸੈਂਟਰ ਬਣਿਆ ਹੋਇਆ ਹੈ। ਬਹੁਤ ਸਾਰੀ ਡਿਨਾਇਲ ਹੈ, ਹਾਲਾਂਕਿ 3 ਮਿਲੀਅਨ ਤੋਂ ਜ਼ਿਆਦਾ ਕੇਸਿਸ ਭਾਰਤ ਦੇ ਵਿੱਚ ਇਸ ਵੇਲੇ ਨੇ, 50,000 ਤੋਂ ਜ਼ਿਆਦਾ ਡੈਥਸ ਨੇ ਔਰ ਉਹਨਾਂ ਦੇ ਆਪਣੇ ਲੋਕ ਕਹਿ ਰਹੇ ਨੇ ਕਿ ਬਹੁਤ ਅੰਡਰ ਰਿਪੋਰਟਿੰਗ ਹੈ ਡੈਥਸ ਦੀ। ਕਿਉਂਕਿ ਪੰਜਾਬ ਦੇ ਹਵਾਲੇ ਨਾਲ ਵੀ ਜਿੰਨਿਆਂ ਕੁ ਨਾਲ ਸਾਡੀ ਗੱਲ ਹੋ ਰਹੀ ਹੈ, ਕਿਤੇ ਨਾ ਕਿਤੇ ਉਹਨਾਂ ਦਾ ਕੋਈ ਨਾ ਕੋਈ ਕਰੀਬੀ ਜਿਹੜਾ ਹੈ ਉਹ ਕੋਵਿਡ-19 ਦਾ ਸ਼ਿਕਾਰ ਹੋਇਆ। ਔਰ ਇਸ ਤੋਂ ਇਹ ਲੱਗਦਾ ਹੈ ਜੇ ਇੱਕ ਚੰਗੀ ਹੈਲਥੀ ਸਟੇਟ ਦੇ ਵਿੱਚ ਚੰਗੇ ਖਾਂਦੇ ਪੀਂਦੇ ਲੋਕ ਜਿਹੜੇ ਅਫੋਰਡ ਵੀ ਕਰ ਸਕਦੇ ਨੇ ਟ੍ਰੀਟਮੈਂਟ, ਉਹਨਾਂ ਦਾ ਇਹ ਹਾਲ ਚੱਲ ਰਿਹਾ ਤੇ ਬਾਕੀਆਂ ਦਾ ਕੀ ਹਾਲ ਹੋਏਗਾ। ਲੇਕਿਨ ਇਸ ਵੇਲੇ ਹਰ ਪਾਸੇ ਜਿਹੜਾ ਇਸ ਫੈਕਟ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਡੀਆ 'ਚ ਵੀ ਇਸ ਹਵਾਲੇ ਨਾਲ ਹੈ, ਬਾਕੀ ਥਾਵਾਂ ਤੇ ਵੀ ਅਸੀਂ ਦੇਖ ਰਹੇ ਹਾਂ ਕਿਤੇ ਕਿਤੇ ਜਿੱਥੇ ਪੂਰਾ ਕੰਟਰੋਲ ਸੀ ਉੱਥੇ ਰੀਸਪਰੈਡ ਹੋਣ ਦੇ ਚਾਂਸਿਸ ਨੇ। ਸੋ ਅਸੀਂ ਇਹ ਜ਼ਰੂਰ ਦਰਖਾਸਤ ਕਰਾਂਗੇ ਆਪਣੇ ਵਿਊਅਰਸ ਨੂੰ, ਸਾਡੇ ਸਰੋਤੇ
ਜਿਹੜੇ ਸੁਣਦੇ ਨੇ ਆਵਾਜ਼ ਨੂੰ ਹੀ ਬਸ ਕਿ ਉਹ ਪੂਰੀ ਪਰਹੇਜ਼ਗਾਰੀ ਕਰਨ, ਪੂਰਾ ਆਪਣੇ ਆਪ ਨੂੰ ਸੁਰੱਖਿਅਤ ਰੱਖਣ, ਸੇਫ ਰੱਖਣ। ਵੀਕਐਂਡ ਦੇ ਉੱਤੇ ਦੋ ਖਬਰਾਂ ਜਿਹੜੀਆਂ ਨੇ ਉਹ ਮੈਂ ਪਹਿਲਾਂ ਪਾਸਿੰਗ ਰੈਫਰੈਂਸ ਗੱਲ ਕਰਾਂਗਾ। ਜਿਵੇਂ SYL ਕੈਨਾਲ ਦੇ ਉੱਤੇ ਅਸੀਂ ਗੱਲ ਕੀਤੀ ਸੀ ਕੁਝ ਦਿਨ ਪਹਿਲਾਂ, ਹਾਲਾਂਕਿ ਹਾਲ ਦੀ ਘੜੀ ਸੈਂਟਰ ਗਵਰਨਮੈਂਟ ਪੰਜਾਬ ਦਾ ਟੈਂਪਰੇਚਰ ਦੇਖ ਰਹੀ ਹੈ ਕਿ ਪੋਲੀਟੀਕਲ ਟੈਂਪਰੇਚਰ ਕਿੱਥੇ ਲਾਈ ਕਰਦਾ ਹੈ। ਚੀਫ ਮਿਨਿਸਟਰ ਅਮਰਿੰਦਰ ਸਿੰਘ ਨੇ ਵੀ ਜਿਹੜਾ ਆਪਣੇ ਗਲੋਂ ਗਲਾਵਾਂ ਲਾਉਣ ਲਈ ਇੰਨਾ ਕਹਿ ਕੇ ਕਿ ਪੰਜਾਬ ਸੜ ਜਾਏਗਾ ਜੇ ਇਵੇਂ ਹੋਇਆ, ਉਹ ਆਪਣੇ ਜਿਹੜਾ ਖੰਭ ਬਚਾ ਰਹੇ। ਲੇਕਿਨ ਇਹ ਇੱਕ ਸੀਰੀਅਸ ਇਸ਼ੂ ਦੁਨੀਆ ਭਰ ਦੇ ਵਿੱਚ ਸਿੱਖ ਡਾਇਸਪੋਰਾ ਹੀ ਨਹੀਂ, ਪੰਜਾਬ ਦੇ ਵਿੱਚ ਵੀ ਸਿੱਖ ਜਥੇਬੰਦੀਆਂ, ਕੰਸਰਨਡ ਪੰਜਾਬੀ ਜਿਹੜੇ ਸਮਝਦੇ ਨੇ ਕਿ ਇਹ ਤਾਂ ਲਾਈਫ ਲਾਈਨ ਹੈ ਪੰਜਾਬ ਦੀ, ਪਾਣੀ ਦਾ ਇਸ਼ੂ। ਜੇ ਨਹਿਰ ਬਣਾਉਣ ਦੀ ਲਾਈਨ ਤਾਂ ਜਿਹੜੀ ਹੈ ਉਹ ਪਿਛਲੇ 36 ਸਾਲ ਤੋਂ ਜੁਝਾਰੂਆਂ ਦੀ ਬਹਾਦਰੀ ਨੇ ਰੋਕੀ ਹੋਈ ਹੈ, ਪਰ ਜੇ ਅੱਗੋਂ ਇਸ ਕਿਸਮ ਦਾ ਇਹਨਾਂ ਨੇ ਹੁਣ ਫਾਈਨਲੀ ਪੰਜਾਬ ਨੂੰ ਬਿਲਕੁਲ ਹੀ ਡੈਜ਼ਰਟ ਕਨਵਰਟ ਕਰਨਾ ਹੈ ਤੇ ਕੋਈ ਇਹ ਵੀ ਜ਼ਰੂਰੀ ਨਹੀਂ ਕਿ ਉਹ SYL ਕੈਨਾਲ ਹੀ ਬਣਾਉਣ ਦਾ ਆਰਡਰ ਕਰਨ। ਮੈਂ ਜਿਵੇਂ ਇੱਕ ਬੜੀ ਬ੍ਰੌਡ ਬੇਸਡ ਜਿਹਨੂੰ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਟੈਲੀ ਕਾਨਫਰੰਸ ਹੋਈ ਪਿਛਲੇ ਕੱਲ, ਜਿਹੜੀ ਲਗਭਗ 3.5 ਘੰਟੇ ਚੱਲੀ, ਦੁਨੀਆ ਭਰ 'ਚ 100 ਤੋਂ ਜ਼ਿਆਦਾ ਜਿਹੜੇ ਨੇ ਰਿਪਰੈਜ਼ੈਂਟੇਟਿਵ ਨੁਮਾਇੰਦੇ ਥਾਂ ਥਾਈ ਉਸ ਲਾਈਨ ਦੇ ਉੱਤੇ ਮੌਜੂਦ ਸਨ। ਔਰ ਮੈਂ ਤਾਂ ਆਪਣੀ ਓਪਨਿੰਗ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਸੀ ਕਿ ਵੀ ਬਹੁਤ ਵਾਰ ਅਸੀਂ ਸਾਹਮਣੇ ਦੇਖ ਰਹੇ ਹੁੰਦੇ ਹਾਂ, ਇੱਕ ਸਮੋਕ ਸਕਰੀਨ ਜ਼ਰੂਰ ਉਹਨਾਂ ਨੇ ਬਣਾਈ ਹੈ ਕਿ ਜੀ ਚੀਫ ਮਿਨਿਸਟਰ ਨੇ ਕੀ ਕਿਹਾ, ਸੈਂਟਰਲ ਵਾਟਰ ਰਿਸੋਰਸ ਮਿਨਿਸਟਰ ਨੇ ਕੀ ਕਿਹਾ, ਹਰਿਆਣੇ ਵਾਲਿਆਂ ਨੇ ਕੀ ਕਿਹਾ। ਮੈਂ ਕਿਹਾ ਪਿਛਲੇ ਪੀਰੀਅਡ 'ਚ ਲਗਭਗ 240 ਕਿਲੋਮੀਟਰ ਲੰਬੀ ਹਾਂਸੀ ਬੁਟਾਣਾ ਨਹਿਰ ਉਹਨਾਂ ਨੇ ਬਣਾਈ ਹੋਈ ਹੈ, ਜਿਹੜੀ ਹਰਿਆਣਾ ਦੇ ਸਾਊਥ ਡਿਸਟ੍ਰਿਕਟਸ ਤੱਕ ਜਾਂਦੀ ਹੈ। ਔਰ ਉਹਨਾਂ ਨੇ ਪਾਣੀ ਜਦੋਂ ਮਰਜ਼ੀ ਮੇਨ ਲਾਈਨ ਭਾਖੜਾ ਦੇ ਨਾਲ ਕੁਝ ਘੰਟਿਆਂ ਦੇ ਵਿੱਚ ਉਹਨੂੰ ਉਹ ਕਨੈਕਟ ਕਰ ਸਕਦੇ ਨੇ। ਬਿਲਕੁਲ ਉਹਦੇ ਪੈਰਲਲ ਬਣਾਈ ਹੋਈ ਹੈ, ਜਿਹੜੀ ਬਿਲਕੁਲ ਜਿਹੜਾ ਇੱਕ ਗੁਪਤ ਪ੍ਰੋਜੈਕਟ ਦੇ ਤੌਰ ਤੇ ਰੱਖਿਆ। ਔਰ ਜਦੋਂ ਤੱਕ ਪਤਾ ਵੀ ਲੱਗਾ ਕੋਈ ਪੰਜਾਬ ਸਰਕਾਰ ਨੇ ਜਾਂ ਕਿਸੇ ਨੇ ਇਸ ਮੁੱਦੇ ਤੇ ਕਿਤੇ ਕੋਈ ਪ੍ਰੋਟੈਸਟ ਤੱਕ ਵੀ ਲਾਂਚ ਨਹੀਂ ਕੀਤਾ ਜਾਂ ਸੁਪਰੀਮ ਕੋਰਟ ਤੱਕ, ਤਾਂ ਉਹ ਤਾਂ ਉਹਨਾਂ ਦੀ ਖੇਡ ਹੀ ਖੇਡ ਰਹੇ ਨੇ, ਸਾਰੇ ਚੋਰ ਤੇ ਕੁੱਤੀ ਰਲੇ ਹੋਏ ਨੇ। ਔਰ ਜ਼ਾਹਿਰ ਹੈ ਕਿ ਇਹ ਇੱਕ ਵੱਡਾ ਚੈਲੰਜ ਹੈ ਔਰ ਆਉਣ ਵਾਲੇ ਪੀਰੀਅਡ 'ਚ ਵਰਲਡ ਸਿੱਖ ਪਾਰਲੀਮੈਂਟ ਦੀ ਇਸ ਟੈਲੀ ਕਾਨਫਰੰਸ ਤੋਂ ਬਾਅਦ ਜਿਹੜਾ ਅਸੀਂ ਇਹ ਦੇਖ ਰਹੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਇਹਨੂੰ ਵਿਦਨ ਦਾ ਕੰਟਰੀ, ਇੰਡੀਅਨ ਆਕੂਪਾਈਡ ਪੰਜਾਬ 'ਚ ਔਰ ਇੰਟਰਨੈਸ਼ਨਲੀ ਕਿਵੇਂ ਡੀਲ ਕੀਤਾ ਜਾਏ। ਲੇਕਿਨ ਇਸ ਨੂੰ ਲੈ ਕੇ ਜਿਸ ਕਿਸਮ ਦੀ ਚਿੰਤਾ ਦਾ ਇਜ਼ਹਾਰ ਹੈ, ਉਸ ਤੋਂ ਇੱਕ ਉਤਸ਼ਾਹ ਵੀ ਮਿਲਿਆ ਕਿ ਘੱਟੋ ਘੱਟ ਇਹ ਨਹੀਂ ਹੈ ਕਿ ਭਾਈ ਜਿਹੜਾ ਉਹ ਤੇਰਾ ਲੁੱਟਿਆਈ ਸ਼ਹਿਰ ਬਿਬੌਰ ਕਿ ਸਸੀਏ ਬੇਖਬਰੇ ਕਿ ਸੁੱਤੇ ਪਿਆ ਬਿਬੌਰ ਸ਼ਹਿਰ ਨੂੰ ਨਹੀਂ ਲੁੱਟਿਆ ਜਾਏਗਾ, ਕਿ ਵੀ ਸੁੱਤੇ ਪਿਆ ਨੂੰ ਲੈ ਗਏ ਪੰਨੂ ਨੂੰ ਉਠਾ ਕੇ। ਘੱਟੋ ਘੱਟ ਜਿਹੜਾ ਉਹ ਇਸ ਦੇ ਉੱਤੇ ਜਾਗਰੂਕਤਾ ਹੈ। ਦੂਸਰੀ ਖਬਰ ਜਿਹੜੀ ਭਾਰਤੀ ਸਿਸਟਮ ਦਾ ਵੀ ਜਿਹੜੀ ਹਕੀਕਤ ਕੀ ਹੈ ਉਹ ਵੀ ਦੱਸਦੀ ਹੈ, ਪਰ ਫਿਰ ਵੀ ਖੁਸ਼ੀ ਦਾ ਇਜ਼ਹਾਰ ਹੈ। ਸਾਡੇ ਬਹੁਤ ਹੀ ਪਿਆਰੇ ਵੀਰ ਭਾਈ ਲਾਲ ਸਿੰਘ ਜਿਹੜੇ ਖਾਲਿਸਤਾਨ ਲਹਿਰ ਦੇ ਮੁੱਢਲੇ ਉਹਨਾਂ ਸਿੰਘਾਂ ਚੋਂ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਬੜੀ ਯੂਨੀਕ ਸੇਵਾ ਨਿਭਾਈ ਹੋਈ ਹੈ। 28 ਸਾਲ ਦੀ ਜੇਲ੍ਹ ਤੋਂ ਬਾਅਦ, ਜਿਹਦੇ ਵਿੱਚ ਵਿਚਾਲੇ ਪੈਰੋਲ ਰਹੀ ਉਹਨਾਂ ਦੀ, ਲੇਕਿਨ ਉਹਨਾਂ ਦੀ ਪੱਕੀ ਰਿਹਾਈ ਹੋਈ ਹੈ। ਸੋ 28 ਸਾਲ ਜਿਹੜਾ ਉਹਨਾਂ ਨੂੰ ਕਿਵੇਂ ਉਹਨਾਂ ਨੇ ਅੱਡ-ਅੱਡ ਥਾਵਾਂ ਤੇ ਗੁਜਰਾਤ 'ਚ ਅਰੈਸਟ ਕੀਤਾ, ਕਿਵੇਂ ਪੰਜਾਬ 'ਚ ਲਿਆਂਦਾ, ਕਿਵੇਂ ਹੈ। ਔਰ ਇਹ ਇੱਕ ਬੜਾ ਖੁਸ਼ੀ ਦਾ ਇਜ਼ਹਾਰ ਵੀ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਕੋਲ ਵਾਪਸ ਪਰਤੇ ਨੇ ਔਰ ਹੁਣ ਘੱਟੋ ਘੱਟ ਇਹ ਨਹੀਂ ਹੋਏਗਾ ਕਿ ਪੈਰੋਲ ਖਤਮ ਹੋ ਗਈ, ਹੁਣ ਵਾਪਸ ਜੇਲ੍ਹ ਜਾਣਾ 28 ਸਾਲ ਬਾਅਦ। ਔਰ ਇਸ ਸਬਜੈਕਟ ਦੇ ਉੱਤੇ ਜਿਹੜਾ ਉਹਨਾਂ ਦੇ ਵਕੀਲ ਵੀ ਔਰ ਜਿਹੜੇ ਖੁਦ ਵੀ ਐਕਟਿਵਿਸਟ ਨੇ ਉਹਨਾਂ ਨੇ ਵੀ ਸਫ਼ਰ ਕੀਤਾ ਜੇਲ੍ਹਾਂ 'ਚ। ਭਾਈ ਜਸਪਾਲ ਸਿੰਘ ਮੰਝਪੁਰ, ਉਹਨਾਂ ਦੇ ਨਾਲ 9:30 ਤੋਂ 10 ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਏਗੀ। ਅਸੀਂ ਕੋਸ਼ਿਸ਼ ਕਰਾਂਗੇ ਭਾਈ ਲਾਲ ਸਿੰਘ ਹੋਰਾਂ ਦੇ ਨਾਲ ਵੀ ਗੱਲਬਾਤ ਜੇ ਹੋ ਸਕੇ ਆਉਣ ਵਾਲੇ ਦਿਨ। ਔਰ ਮੈਂ ਕੱਲ ਇਸ ਕੇਸ ਬਾਰੇ ਵੇਰਵੇ ਨਾਲ ਗੱਲ ਕਰਾਂਗਾ ਕਿਉਂਕਿ ਮੈਂ ਸਮਝਦਾ ਸੀ ਵੀ ਕਿਉਂ ਅੱਜ ਆਲਰੇਡੀ ਭਾਈ ਜਸਪਾਲ ਸਿੰਘ ਮੰਝਪੁਰ ਹੋਰਾਂ ਨੂੰ ਲਾਈਨ ਅਪ ਕਰ ਲਿਆ ਸੀ ਅਮਰਵੀਰ ਸਿੰਘ ਨੇ, ਤੇ ਮੈਂ ਸਮਝਦਾ ਵੀ ਜਿਹੜਾ ਲੀਗਲ ਪਰਸਪੈਕਟਿਵ ਤੋਂ ਔਰ ਜਿਹੜੀ ਹੋਰ ਵੀ ਉੱਥੇ ਫੜੋ ਫੜਾਈ ਹੁਣ ਨਵੀਂ ਚੱਲ ਰਹੀ ਹੈ, ਜਿਹਦੀ ਅਸੀਂ ਤੀਸਰੇ ਸੈਗਮੈਂਟ 'ਚ ਗੱਲਬਾਤ ਕਰਾਂਗੇ ਕਿ ਕਿਵੇਂ ਖਾਲਿਸਤਾਨ ਦੇ ਝੰਡੇ ਵੀ ਝੂਲ ਰਹੇ ਨੇ ਔਰ ਪੁਲਿਸ ਦਾ ਜ਼ਬਰ ਵੀ ਜਾਰੀ ਹੈ, ਸਿੰਘਾਂ ਦੀ ਡਿਫਾਇੰਸ ਵੀ ਜਾਰੀ ਹੈ। ਸੋ ਇਹ ਸਾਡੇ ਲਈ ਸਿਰਫ ਸਿੰਬਲ ਆਫ ਹੋਪ ਨਹੀਂ ਨੇ, ਇਹ ਰੀਅਲੀ ਫਲੱਡ ਗੇਟਸ ਆਫ ਹੋਪ ਨੇ ਕਿ
ਇਸ ਸਭ ਦੇ ਬਾਵਜੂਦ ਕਿ ਇੰਨਾ ਡਰ ਭੈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੀ ਪੋਸਟ ਕਿਤੇ ਪਈ ਹੈ, ਪੁਲਿਸ ਦਾ ਰੇਡ, ਪਰ ਸਿੱਖ ਨੌਜਵਾਨੀ ਪੰਜਾਬ 'ਚ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਨੂੰ ਅੱਗੇ ਤੋਰ ਰਹੀ ਹੈ। ਹੁਣ ਅਸੀਂ ਵੱਡੇ ਕਾਠੇ ਪਹਿਲਵਾਨਾਂ ਦੀ ਗੱਲ ਕਰੀਏ, ਭਾਰਤੀ ਹਕੂਮਤ, ਉਹਨਾਂ ਦਾ ਵੱਡਾ ਦਾਇਰਾਕਾਰ, ਉਹਨਾਂ ਦਾ ਕਦੇ ਚੀਫ ਰਿਹਾ ਬਿਪਨ ਰਾਵਤ, ਹੁਣ ਉਹਨੂੰ CDN ਬਣਾਇਆ ਹੋਇਆ, ਜਿਹੜਾ ਨਵਾਂ ਅਹੁਦਾ ਕ੍ਰੀਏਟ ਕੀਤਾ, ਚੀਫ ਆਫ ਡਿਫੈਂਸ ਸਟਾਫ। ਇਹ ਸਾਰੇ ਰਿਸ਼ਤੇਦਾਰ ਬਿਪਨ ਰਾਵਤ ਦੇ, ਜਿਹੜਾ ਹੁਣ ਉਹਨੂੰ ਜਿਹੜਾ ਨਰਵਾਣੇ ਜਿਹਨੂੰ ਫੌਜੀ ਚੀਫ ਬਣਾਇਆ, ਉੱਤਰਾਖੰਡ ਦੇ ਪਹਾੜੀਏ ਸਾਰੇ, ਲੇਕਿਨ ਪੱਕੇ ਹਿੰਦੂ ਤਵੀ, ਪੱਕੇ ਬ੍ਰਾਹਮਣਵਾਦ ਦੇ ਪੈਰੋਕਾਰ, ਔਰ ਲੰਬੇ ਵਕਤ ਤੋਂ ਜਿਨ੍ਹਾਂ ਨੂੰ ਬਿਲਟ ਕੀਤਾ ਹਿੰਦੂ ਤਵੀਆਂ ਨੇ, ਔਰ ਇਹ ਫੌਜ 'ਚ ਹੁੰਦਿਆਂ ਹੀ ਜਿਹੜਾ ਇਹਨਾਂ ਦਾ ਰੋਲ ਕੀ ਰਿਹਾ ਉਹ ਅਸੀਂ ਸਮੇਂ-ਸਮੇਂ ਗੱਲ ਕਰਦੇ। ਹੁਣ ਇੱਕ ਪਾਸੇ ਜਦੋਂ ਇਹ ਸਾਰਾ ਅਸੀਂ ਮਈ ਮਹੀਨੇ ਤੋਂ ਦੇਖ ਰਹੇ ਹਾਂ ਚੀਨ ਦੇ ਨਾਲ ਸਿੱਧੇ ਟੱਕਰ ਦੀ ਲਾਈਨ ਆਈ, ਕਿਵੇਂ ਉਹਨਾਂ ਨੇ ਹਜ਼ਾਰਾਂ ਸਕੁਅਰ ਕਿਲੋਮੀਟਰ ਏਰੀਆ ਜਿਹੜਾ ਉਹ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਸੀ ਉਹਦੇ ਤੇ ਆ ਕੇ ਉਹ ਬੈਠ ਗਏ, ਔਰ ਇਹਨਾਂ ਦੀ ਜਿਹੜੀ ਰੈਗੂਲਰ ਉੱਥੇ ਪੈਟਰੋਲਿੰਗ ਹੈ ਉਹ ਵੀ ਰੁਕ ਗਈ। ਫਿਰ ਅਸੀਂ ਦੇਖਦੇ ਹਾਂ 15 ਤੇ 16 ਜੂਨ ਦੀ ਰਾਤ ਦਾ ਜਿਹੜਾ ਇੱਕ ਕਨਫਲਿਕਟ, ਬਰੀਫ ਕਨਫਲਿਕਟ, ਜਿਹਦੇ 'ਚ ਇਹਨਾਂ ਦੇ 20 ਫੌਜੀ ਮਰਦੇ ਨੇ, 10 ਕੈਪਚਰ ਹੁੰਦੇ ਨੇ, ਔਰ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਜਿਹੜਾ ਥਾਂ ਤੇ ਅੱਡ-ਅੱਡ ਅਲਾਪਿਆ ਜਾ ਰਿਹਾ ਰਾਗ। ਹੁਣ ਇਹਨਾਂ ਦਾ ਵੱਡਾ ਰਾਗੀ ਤਾਂ ਨਰਿੰਦਰ ਮੋਦੀ ਹੈ। ਉਹਨੇ ਕਿਵੇਂ ਆ ਕੇ ਆਪਣੇ ਪਬਲਿਕ ਐਡਰੈਸ ਦੇ ਵਿੱਚ ਕਿਹਾ ਕਿ ਵੀ ਨਾ ਕੋਈ ਇਲਾਕਾ ਗਿਆ, ਨਾ ਕੋਈ ਹਮਾਰੇ ਆਇਆ, ਨਾ ਕੋਈ ਜ਼ਮੀਨ ਲਈ। ਹੁਣ ਜਦੋਂ ਇਹ ਸਾਰੇ ਪੀਰੀਅਡ 'ਚ ਉਹਨੂੰ ਵੰਗਾਰਿਆ ਵੀ ਗਿਆ, ਕਿਉਂਕਿ ਜ਼ਾਹਰ ਹੈ ਕਿ ਹਕੀਕਤ ਤਾਂ ਹੋਰ ਹੈ, ਔਰ ਲਗਾਤਾਰਤਾ ਨਾਲ ਕੋਈ ਇਹਨਾਂ ਦਾ ਦਬੀ ਆਵਾਜ਼, ਰਾਜਨਾਥ ਸਿੰਘ ਕਹਿੰਦਾ ਅਸੀਂ ਡਿਫੈਂਡ ਕਰਾਂਗੇ, ਸਾਡੀ ਫੌਜ ਜਿਵੇਂ ਹੈ ਉਵੇਂ ਹੈ, ਔਰ ਇਹ ਸਾਰੇ ਜੇ ਮਈ ਤੋਂ ਅਸੀਂ ਇਸ ਟਰਬਲ ਨੂੰ ਦੇਖੀਏ, ਸੈਟੇਲਾਈਟ ਇਮੇजेस, ਗੂਗਲ ਮੈਪਸ ਦੱਸ ਰਹੇ ਨੇ ਕਿੰਨੀ ਟੈਰੀਟਰੀ ਗਈ ਹੈ, ਲੇਕਿਨ ਇਹ ਕਹਿ ਰਹੇ ਨੇ ਸਭ ਠੀਕ ਹੈ। ਔਰ ਅੱਜ ਜਿਹੜੀ ਅੱਧੇ ਘੰਟੇ ਦੀ ਲਗਭਗ ਦੀ ਵੀਡੀਓ ਮੋਦੀ ਦੀ ਪਿਛਲੇ ਕੱਲ ਹੁੰਦੀ ਰਹੀ ਕਿ ਮੋਦੀ ਜੀ ਮੋਰਾਂ ਨੂੰ ਜਿਹੜਾ ਉਹ ਦਾਣਾ ਖਵਾ ਰਹੇ ਨੇ, ਨੱਕ ਦੇ ਉੱਤੇ ਜਿਹੜਾ ਉਹ ਬੰਨਿਆ ਬੁੱਝਾ, ਵੈਸੇ ਕੰਨ 'ਚ ਵੀ ਬੁੱਝਾ ਹੀ ਦਿੱਤਾ ਹੋਣਾ, ਔਰ ਉਹ ਦਾਣੇ ਖਵਾ ਰਿਹਾ, ਮੋਰ ਪੈ ਕਰ ਰਿਹਾ। ਔਰ ਕਿਸੇ ਨੇ ਕਿਹਾ ਕਿ ਭਾਈ ਉਹ ਕਿਸੇ ਉਹਨਾਂ ਨੇ ਇੱਕ ਪ੍ਰੋਗਰਾਮ ਇਹਦੇ ਤੇ ਕੀਤਾ ਵੀ 4 ਚਫੇਰੇ ਮਸਲਿਆਂ ਦਾ ਜ਼ੋਰ ਤੇ ਇਧਰ ਮੋਦੀ ਦਾ ਮੋਰ, ਔਰ ਉਹ ਮੋਰ ਨੂੰ ਲੈ ਕੇ ਮੋਰ ਦੇ ਪਿੱਛੇ ਪਿੱਛੇ ਜਾ ਰਿਹਾ, ਔਰ ਜਿਵੇਂ ਬਿਲਕੁਲ ਉਹ ਬੈਠਾ ਕਿ ਉਹਨੂੰ ਕੋਈ ਫਿਕਰ ਨਹੀਂ ਹੈ ਕਿ ਮੋਰ ਪੈਲਾਂ ਪਾ ਰਹੇ ਨੇ, ਜਿਵੇਂ ਸਾਰਾ ਦੇਸ਼ ਖੁਸ਼ ਹੈ ਜਿਵੇਂ ਮੋਰ ਦੀ, ਕਿਉਂਕਿ ਮੋਰ ਦੇ ਪੈਲ ਨੂੰ ਅਸੀਂ ਗੱਲ ਕਰਦੇ ਹਾਂ ਵੀ ਪੈਲਾਂ ਪਾਉਂਦਾ ਮੋਰ। ਹੁਣ ਇੱਕ ਪਾਸੇ ਇਹ ਵਰਤਾਰਾ ਪੋਲੀਟੀਕਲੀ ਉਹਨਾਂ ਦਾ ਹਰ ਥਾਂ ਦੇ ਉੱਤੇ ਜਲੂਸ ਜਨਾਜ਼ਾ ਨਿਕਲ ਰਿਹਾ, ਜਿਹੜੇ ਆਵਾਜ਼ ਚੁੱਕਦੇ ਨੇ ਉਹਨਾਂ ਦੇ ਉੱਤੇ UAPA ਲਾ ਦਿੱਤਾ ਜਾਂਦਾ, ਪਰ ਚੀਨ ਵਾਲਿਆਂ ਨੇ ਵੀ ਜਿਹੜੇ ਹੈ ਉਹ ਆਪਣਾ ਰੱਖਿਆ ਹੋਇਆ ਪੂਰਾ ਤੌਰ ਤਰੀਕਾ ਜਾਰੀ। ਇੱਕ ਪਾਸੇ ਚੀਨ ਨੂੰ ਇਹ ਦੋਸ਼ ਦਿੰਦੇ ਰਹੇ, ਔਰ ਇੱਕ ਜਦੋਂ ਅਸੀਂ ਵਰਤਾਰੇ ਦੀ ਗੱਲ ਕਰਦੇ ਹਾਂ ਮੋਦੀ ਦੇ ਕਹਿਣ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਾ ਵੀ ਲੋਕਾਂ 'ਚ ਤਾਂ ਇਹ ਡਰਾਮੇਬਾਜ਼ੀ ਵਿਕ ਨਹੀਂ ਰਹੀ, ਫਿਰ ਹੋ ਗਿਆ ਜੀ ਅਸੀਂ ਹੁਣ ਆਹ ਟੈਬਸ ਬੈਨ ਕਰ ਦਿੱਤੀਆਂ, ਟਿਕਟੌਕ ਬੈਨ ਕਰਤਾ, ਔਰ 2-4 ਨੇ ਜਿਹੜੇ ਆਪਣੇ ਅੰਦਰੋਂ ਕੋਈ रफ जी चीज़ा कढ़ के ये भी खबर बनाती जी चाइनीज़ चीज़ों का बाईकाट, भारत च अभियान चल रहा है, हैशटैग बन गए बाईकॉट चाइनीज़, बाईकॉट दिस, बाईकॉट दैट। फिर ये सवाल पूछा गया कि भी जे तुहाडा कोई इलाका ही नहीं लिया, कोई आया ही नहीं, कोई गया नहीं तुहाडे कोलों, ते ये की लाइन है बाईकॉट की। फिर ये आ गया कि जी जिहड़ा इन्हां दा मुकेश अंबानी रिलायंस वाला वो $5 बिलियन टिकटॉक इंडिया का खरीद रहा है। ये भी आ गया कि भी लगातारता नाल जिहड़ी चीन दे डिवेलपमेंटल उन्हां दे बैंक दी एड है वो भी इन्हां महीनिਆਂ च ਲਈ। हुण जिहड़ी एक खबर इस हवाले नाल ये भी आई कि भी बाईकॉट तो यह हुंदा भी तुसीं साडे नहीं आओगे असीं तुहाडे नहीं जावांगे, लेकिन हुण ये चाइना बाइज इंडियन गुड्स एट फुल सर्विस एमिड इंडियाज बाईकॉट चाइना मूवमेंट, एक्सपोर्ट्स टू ड्रैगन राइज 78%। कि चीन धड़ाधड़ खरीद रहा भारतीय समान और 78% जिहड़ा एक्सपोर्ट है चाइना नूं वो इनक्रीज होया है। और ये नहीं है कोई कह सकता जी ये तो
ਮਈ ਤੋਂ ਜਾਂ ਜੁਲਾਈ ਤੋਂ ਜਦੋਂ ਕਿਹਾ ਹੈ ਕਿ ਬੈਨ ਕਰਾਂਗੇ, ਉਹਦੇ ਤੋਂ ਬਾਅਦ ਈਵਨ ਇਹਨਾਂ ਦਿਨਾਂ ਦੇ ਵਿੱਚ ਹੀ, ਔਰ ਇਹਨਾਂ ਦੀ ਆਪਣੀ ਖਬਰ ਹੈ, ਸਮਰਾਟ ਸ਼ਰਮਾ ਹਿੰਦੂ ਜਰਨਲਿਸਟ ਹੈ ਜਿਹਨੇ ਕਿਹਾ, even as India boycotts China on various fronts after the face-off between soldiers at the Galwan Valley, the Dragon is buying Indian goods at full force. India's exports to China rose 78% on year in June 2020, said a crisis report, from a contraction of 60.2% on year in April. Exports from India improved to a contraction of 10.2% in July. ਹੁਣ ਇਹ ਜਿਹੜਾ ਇੰਨੀ, ਹੁਣ ਇਹਨੂੰ ਤੁਸੀਂ ਹਿਪੋਕ੍ਰੇਸੀ ਨਹੀਂ ਕਹੋਗੇ ਤਾਂ ਕੀ ਕਹੋਗੇ? ਜੇ ਤੁਸੀਂ ਸੱਚਮੁੱਚ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਚੀਨ ਨੇ ਤੁਹਾਡੇ ਨਾਲ ਧੱਕਾ ਕੀਤਾ ਹੈ, ਤੁਹਾਡੀ ਜ਼ਮੀਨ ਖੋਈ ਹੈ, ਫਿਰ ਤੁਸੀਂ ਸਟੱਫ ਵੀ ਵੇਚ ਰਹੇ ਹੋ, ਉਹਨਾਂ ਦੀ ਟਿਕਟੌਕ ਵੀ ਖਰੀਦ ਰਹੇ ਹੋ, ਉਹਨਾਂ ਦੇ ਨਾਲ ਬਾਕੀ ਡੀਲਿੰਗ ਵੀ ਕਰ ਰਹੇ ਹੋ, ਔਰ ਇਸ ਸਾਰੇ ਦੇ ਨਾਲ ਨਾਲ ਚਾਈਨਾ ਨੇ, ਅਸੀਂ ਜਿਹੜਾ ਫਰਾਈਡੇ ਸੈਗਮੈਂਟ ਕੀਤਾ ਕਿ ਕਿਵੇਂ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਉਹ ਚਾਈਨਾ ਗਏ, ਔਰ ਕਿਵੇਂ ਚਾਈਨਾ ਨੇ ਵੈਲਕਮ ਕੀਤਾ ਹੈ, ਔਰ ਕਿਵੇਂ ਕਸ਼ਮੀਰ ਇਸ਼ੂ ਬਾਰੇ ਉਹਨਾਂ ਨੇ ਬੜੀ ਮਜ਼ਬੂਤ ਸਟੇਟਮੈਂਟ ਦਿੱਤੀ, ਔਰ ਪਾਕਿਸਤਾਨ ਦੀ ਸੋਵਰਨਿਟੀ, ਇੰਟੈਗ੍ਰਿਟੀ, ਔਰ ਉਹਨੂੰ ਬ੍ਰਦਰ ਔਰ ਦੂਸਰਾ ਕਿਹਾ। ਸਾਡੇ ਉਸ ਸੈਗਮੈਂਟ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ, ਹੰਡਰਡਸ ਆਫ ਕਮੈਂਟਸ ਨੇ, ਔਰ ਕਾਫੀ ਵੱਡੀ ਵਿਊਅਰਸ਼ਿਪ ਉਸ ਸੈਗਮੈਂਟ ਦੀ ਹੋਈ ਹੈ। ਅਸੀਂ ਆਲਮੋਸਟ ਸਾਰੇ ਕਮੈਂਟ ਪੜ੍ਹਦੇ ਹਾਂ, ਸਾਡੇ ਲਈ ਇਹ ਇੱਕ ਮਾਣ ਵਾਲੀ ਗੱਲ ਵੀ ਹੁੰਦੀ ਹੈ ਜਿੱਥੇ ਸਾਡੇ ਵਿਊਅਰ ਸਾਡੇ ਤੇ ਭਰੋਸਾ ਰੱਖਦੇ ਨੇ, ਸਾਡੇ ਤੇ ਜਿਹੜਾ ਹੈ ਉਹ ਇਤਬਾਰ ਕਰਦੇ ਨੇ। ਲੇਕਿਨ ਭਾਰਤ ਇਹਦੇ ਤੇ ਰੈਟਲ ਵੀ ਹੋਇਆ। ਇੰਡੀਆ ਰਿਜੈਕਟਸ ਕਸ਼ਮੀਰ ਰੈਫਰੈਂਸ ਬਾਈ ਚਾਈਨਾ ਪਾਕਿਸਤਾਨ, ਔਰ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿੰਦੀ ਹੈ, we categorically reject the reference of Jammu and Kashmir. It is an integral and inalienable part of India, and we expect the parties concerned not to interfere in the internal affairs of China. ਹੁਣ ਇਹ ਵੀ ਇਹਨਾਂ ਨੂੰ ਜਲਾਬ ਲੱਗ ਜਾਂਦੇ ਨੇ ਜਦੋਂ ਚਾਈਨਾ ਪਾਕਿਸਤਾਨ ਦੇ ਨਾਲ ਖਲੋਂਦਾ ਹੈ। ਐਟਲੀਸਟ ਇਸ ਕਿਸਮ ਦੀਆਂ ਜੁਆਇੰਟ ਬਾਇਲੇਟਰਲ ਸਟੇਟਮੈਂਟਸ ਹੁੰਦੀਆਂ ਨੇ। ਲੇਕਿਨ ਜਿਹੜੀ ਅੱਜ ਖਬਰ ਨੇ, ਹਾਲਾਂਕਿ ਇਹਨੂੰ ਮੇਨ ਸਟ੍ਰੀਮ ਮੀਡੀਆ 'ਚ ਕਿਤੇ ਡਿਸਕਸ ਨਹੀਂ ਕੀਤਾ ਗਿਆ, ਇੱਕ ਦੋ ਟਾਕ ਸ਼ੋਜ਼ ਉਹਨਾਂ ਦੇ ਜ਼ਰੂਰ ਜਿਹੜੇ ਕ੍ਰਿਟਿਕ ਨੇ, ਔਰ ਅੱਜ ਕੱਲ ਮੇਨ ਸਟ੍ਰੀਮ ਤੋਂ ਤਾਂ ਉਹ ਕੱਢ ਦਿੱਤੇ ਗਏ ਸਾਰੇ ਜਿਹੜੇ ਸਵਾਲ ਪੁੱਛਦੇ ਸੀ, ਸੋ ਉਹਨਾਂ ਨੇ ਆਪਣੇ ਆਪਣੇ YouTube ਚੈਨਲ ਬਣਾਏ ਹੋਏ ਨੇ। ਉਹਨਾਂ ਦੇ ਵਿੱਚ ਜਿਹੜੇ ਨੇ ਉਹ ਵਿਸਾਰ ਸ਼ਰਮਾ ਵੀ ਹੈ, ਔਰ ਅਸੀਂ ਮਿਲਟਰੀ ਐਕਸਪਰਟਸ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਭਾਈ ਉਹ ਪ੍ਰਵੀਨ ਸਾਨੀ ਹੋਣ, ਦੂਜੇ ਨੇ ਉਹ ਕੋਈ ਪਹਿਲਾਂ ਚੈਨਲਸ ਤੇ ਨਹੀਂ ਸੀ, ਲੇਕਿਨ ਖੁਦ ਫੌਜੀ ਅਫਸਰ ਨੇ, ਉਹ ਵੀ ਇਹਨਾਂ ਦੇ ਮਿਥ ਨੂੰ ਬਸਟ ਕਰਦੇ ਨੇ ਵੀ ਕਿਵੇਂ। ਔਰ ਕੁਝ ਜਿਹੜੇ ਅਦਰਵਾਈਜ਼ ਇਹਨਾਂ ਦੇ ਹਿੰਦੂਤਵੀ ਥਿੰਕ ਟੈਂਕਾਂ 'ਚ ਆ ਕੇ ਬੈਠ ਗਏ, ਜਿਨ੍ਹਾਂ 'ਚ ਇੱਕ ਬ੍ਰਹਮ ਚਲਾਨੀ ਜਿਹਦਾ ਮੈਂ ਜ਼ਿਕਰ ਕਰਦਾ, ਇਹ ਐਸੋਸੀਏਟਿਡ ਪ੍ਰੈਸ ਦਾ ਰਿਪੋਰਟਰ ਸੀ ਜਦੋਂ ਜੂਨ 84 ਦੇ ਵਿੱਚ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਔਰ ਇਹਦੀ ਰਿਪੋਰਟਿੰਗ ਨਹੀਂ, ਕਿਉਂਕਿ ਬਾਕੀ ਤਾਂ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਸੀ ਸਾਰੀ ਦੁਨੀਆ ਨਾਲੋਂ। ਇਹ ਲੇਟ ਪਹੁੰਚਿਆ ਅੰਮ੍ਰਿਤਸਰ, ਔਰ ਇਹਦਾ ਲਿਸਟ ਦੇ ਉੱਤੇ ਨਾਂ ਨਹੀਂ ਸੀ, ਔਰ ਇਹਨੇ ਉਹਦੀ ਕਵਰੇਜ ਕੀਤੀ ਕਿ ਕਿਵੇਂ ਹਜ਼ਾਰਾਂ ਸਿੱਖ ਜਿਨ੍ਹਾਂ ਦੀਆਂ ਉਹਦੀਆਂ ਪੱਗਾਂ ਦੇ ਨਾਲ ਹੀ ਉਹਨਾਂ ਦੀਆਂ ਬਾਹਾਂ ਬੰਨ੍ਹ ਕੇ ਪੁਆਇੰਟ ਬਲੈਂਕ ਰੇਂਜ ਤੇ ਮਾਰੇ ਗਏ, ਸ਼ੂਟ ਕੀਤੇ ਗਏ, ਕਿਵੇਂ ਜਿਹੜੇ ਉਹਨਾਂ ਦੇ ਅੰਮ੍ਰਿਤਸਰ ਮਿਊਨਿਸਪਲ ਕਮੇਟੀ ਦੇ ਡੰਪ ਜਿਹੜੇ ਨੇ ਟਰੱਕ ਸੀ ਕੂੜਾ ਢੂਣ ਵਾਲੇ, ਉਹਨਾਂ ਦੇ ਵਿੱਚ ਡੈੱਡ ਬਾਡੀਜ਼ ਜਿਹੜੀਆਂ ਨੇ ਢੇਰ ਲਾ ਕੇ ਉਹਨਾਂ ਨੂੰ ਸ਼ਮਸ਼ਾਨ ਘਾਟਾਂ 'ਚ ਲਿਜਾ ਕੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਔਰ ਇਹ ਰਿਪੋਰਟਿੰਗ ਵੀ ਇਹਨੇ ਜਾ ਕੇ ਸ਼ਿਮਲੇ ਤੋਂ ਕੀਤੀ, ਕਿਉਂਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਤਾਂ ਸਾਰਿਆਂ 'ਚ ਬੰਦ ਸੀ ਪੂਰਾ, ਉਹਨਾਂ ਨੂੰ ਡਿਸਟਰਬਡ ਏਰੀਆ ਐਲਾਨਿਆ ਹੋਇਆ ਸੀ। ਬਿਲਕੁਲ ਉਹਨੂੰ ਉਸ ਪੀਰੀਅਡ ਦਾ ਐਸੋਸੀਏਟਿਡ ਪ੍ਰੈਸ ਵੱਲੋਂ ਬੈਸਟ ਜਰਨਲਿਸਟ ਦਾ ਅਵਾਰਡ ਵੀ ਦੁਨੀਆ 'ਚ ਮਿਲਿਆ। ਲੇਕਿਨ ਭਾਰਤ ਸਰਕਾਰ ਨੇ ਟਾਡਾ ਦੇ ਥੱਲੇ ਕੇਸ ਰਜਿਸਟਰ ਕਰ ਲਿਆ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀ ਐਕਟ, ਜਿਹਦੇ ਥੱਲੇ ਫਿਰ ਕੀ ਹੋਇਆ ਇਨ ਬਿਟਵੀਨ ਕਿ ਕਿੰਨੀ ਉਹ ਕੇਸ ਤੋਂ ਬਾਅਦ ਵਿਦਡਰਾ ਹੋ ਗਿਆ, ਪਰ ਮੈਨੂੰ ਲੱਗਦਾ ਵੀ ਇਹਨੇ ਨੱਕ ਦੇ ਨਾਲ ਲੀਕਾਂ ਕੱਢੀਆਂ ਕਿ ਜੀ ਮੈਂ ਤੁਹਾਡੀ ਖਿਦਮਤ 'ਚ ਹਾਂ। ਔਰ ਇਹਨੇ ਫਿਰ ਜਿਹੜਾ ਅਸੀਂ ਇਹੀ ਦੇਖਦੇ ਰਹੇ ਕਿ ਭਾਈ ਇਹ ਹੁਣ ਇੱਕ ਇੰਡੀਆ ਸਪੈਸੀਫਿਕ ਥਿੰਕ ਟੈਂਕ ਜਿਹੜਾ ਬਿਲਕੁਲ ਹਿੰਦੂਤਵੀ ਪ੍ਰਚਾਰ ਕਰਦਾ ਸੀ, ਉਹਦੇ 'ਚ ਇਹਦਾ ਨਾਂ ਸ਼ੁਰੂ ਹੋਇਆ। ਔਰ ਹੁਣ ਇਹ ਇਸ ਹੱਦ ਤੱਕ ਹਿੰਦੂਤਵੀ ਬਣ ਗਿਆ, ਅੱਗੇ ਲੰਘ ਗਿਆ ਕਿ ਜਦੋਂ ਹੁਣ ਇਹ ਮੋਦੀ ਔਰ ਅਮਿਤ ਸ਼ਾਹ ਹਿੰਦੂਤਵੀ ਏਜੰਡੇ ਵਾਲੇ ਝੂਠ ਬੋਲ ਰਹੇ ਨੇ, ਇਹਨੂੰ ਲੱਗਦਾ ਕਿ ਵੀ ਮੈਂ ਜਿਹੜਾ ਕਿਉਂ ਨਾ ਦੱਸਾਂ ਕਿ ਵੀ ਇਹ ਵੀ ਕੀ ਕਰ ਰਹੇ ਨੇ ਔਰ ਕਿਵੇਂ ਕੰਪਰੋਮਾਈਜ਼ ਕਰ ਰਹੇ ਨੇ। ਔਰ ਇਹ ਪੂਰਾ ਜਿਹੜਾ ਬ੍ਰਹਮ ਚਲਾਨੀ ਹੈ ਚੀਨ ਦੇ ਅਗੇਂਸਟ ਪੂਰੀ ਜਿਹੜਾ ਉਹ ਅੱਗ ਉਗਲਦਾ।
ਔਰ ਕਿਉਂਕਿ ਅੱਗ ਉਗਰਨ ਵਾਲੇ ਵੀ ਸਾਨੂੰ ਚਾਹੀਦੇ ਨੇ, ਕਿਉਂਕਿ ਹਕੀਕਤ ਉਹ ਵੀ ਦੱਸ ਦਿੰਦੇ ਨੇ। ਬਿਲਕੁਲ। ਇੱਕ ਪਾਸੇ ਝੂਠ ਬੋਲਣ ਵਾਲੇ, ਮੋਰਾਂ ਨਾਲ ਖੇਡਣ ਵਾਲਾ ਮੋਦੀ ਹੈ, ਅਮਿਤ ਭਾਈ ਜਿਹਨੂੰ ਕਹਿੰਦੇ ਨੇ, ਔਰ ਕਿਸੇ ਨੇ ਵੈਸੇ ਉਹਨੂੰ ਮੀਡੀਆ ਤੇ ਮੋਟਾ ਭਾਈ ਕਹਿੰਦੇ ਨੇ, ਉਹ ਤਾਂ ਲੱਭਿਆ ਹੀ ਨਹੀਂ ਹੈ। ਔਰ ਇਹ ਸਾਰੇ ਵੀ ਨਾ ਬਿਪਨ ਰਾਵਤ ਲੱਭਿਆ, ਅਜੀਤ ਡੋਵਲ ਵੀ ਗਾਇਬ ਹੈ ਉਦੋਂ ਦਾ, ਪਿਛਲੇ 4 ਮਹੀਨੇ ਦਾ। ਇੱਕ ਅੱਧੀ ਵਾਰੀ ਝਲਕਾਰਾ ਜਿਹਾ ਉਹਦਾ ਸਾਹਮਣੇ ਆਇਆ, ਉਹ ਵੀ ਜਦੋਂ ਚੀਨ ਨੇ ਕਿਹਾ ਵੀ ਨਹੀਂ ਇਹਨੂੰ ਜੈ ਸ਼ੰਕਰ ਨੂੰ ਨਹੀਂ ਮਿਲਣਾ ਹੈ ਅਸੀਂ ਫੋਰਨ ਮਿਨਿਸਟਰ ਨੂੰ, ਉਦੋਂ ਫਿਰ ਹੋ ਗਿਆ। ਲੇਕਿਨ ਤੁਸੀਂ ਦੇਖੋਗੇ ਕਿ ਇਹ ਜਿਹੜੇ ਅੱਜ ਤੋਂ 4-5 ਮਹੀਨੇ ਪਹਿਲਾਂ ਤੱਕ ਉੜਕ ਕੇ ਜਿਹੜਾ ਹੈ ਪਾਕਿਸਤਾਨ ਨੂੰ ਧਮਕੀ ਦਿੰਦੇ ਸੀ, ਅਸੀਂ ਕਰ ਦਿਆਂਗੇ, ਉਡਾ ਦਿਆਂਗੇ, ਔਰ ਸਾਡੀ ਫੌਜ 2 ਸਟ੍ਰੈਟਜੀ 2 ਪ੍ਰੋਂਗ ਵਾਰ, ਇਹ ਤੁਹਾਨੂੰ ਨਾ ਅਜੀਤ ਡੋਵਲ ਲੱਭਿਆ ਇਹ ਸਾਰੇ 'ਚ, ਬਿਪਨ ਰਾਵਤ ਵੀ ਗਾਇਬ ਸੀ, ਔਰ ਨਰਵਾਣੇ ਇੱਕ ਅੱਧਾ ਇੰਟਰਵਿਊ ਦੇ ਕੇ ਗਾਇਬ ਹੋ ਗਿਆ। ਹੁਣ ਬ੍ਰਹਮ ਚਲਾਨੀ ਨੇ ਜਿਹੜਾ ਇੰਕਸ਼ਾਫ ਕੀਤਾ ਹੈ, ਔਰ ਜਿਹੜਾ ਜ਼ਾਹਰ ਹੈ ਕਿ ਉਹਨਾਂ ਦਾ ਮੇਨ ਮੀਡੀਆ ਇਸ ਨੂੰ ਖਾ ਗਿਆ ਹੋਇਆ, ਉਹ ਕਹਿੰਦਾ ਹੈ, ਉਹਦਾ ਟਵੀਟ ਹੈ, ਕੈਲਾਸ਼ ਐਂਡ ਮਾਨਸਰੋਵਰ ਇਨ ਤਿੱਬਤ are the sacred mountain and lake Dio of 4 faiths, including Hinduism and Buddhism. By reportedly building a ground-to-air missile site on Lake Mansarovar's bank, China is desecrating a holy place in the way it has violated Tibetans' sacred sites. ਹੁਣ ਇਹ ਪੂਰਾ ਹਿੰਦੂਤਵੀ ਰੂਮ ਦੇ ਨਾਲ ਭਰਿਆ ਹੋਇਆ ਹੈ ਸਾਰਾ ਇਹ ਟਵੀਟ ਵੀ। ਹੁਣ ਇਹ ਕਹਿ ਰਿਹਾ ਹੈ ਕਿ ਵੀ ਇਹ ਹੁਣ ਜਦੋਂ ਤੁਸੀਂ 4 ਫੇਥਸ ਦੀ ਗੱਲ ਕਰਦੇ ਹੋ ਕਿ ਜੀ ਮਾਨਸਰੋਵਰ ਜਿਹੜੀ ਸਭ ਤੋਂ ਵੱਡੀ ਲੇਕ ਹੈ ਉਸ ਤਿੱਬਤ ਦੇ ਵਿੱਚ ਹੈ, ਕੈਲਾਸ਼ ਪਰਬਤ। ਹੁਣ ਮੈਂ ਕੁਦਰਤੀ ਵੀਕਐਂਡ ਤੇ ਇੱਕ ਆਰਟੀਕਲ ਜਿਹੜਾ ਹੁਣ ਵਕਤ ਦੀ ਸੀਮਾ ਕਰਕੇ ਮੈਂ ਉਸ ਪਾਸੇ 'ਚ ਚਲਾ ਗਿਆ ਤਾਂ ਫਿਰ ਅਸਲੀ ਟੌਪਿਕ ਰਹਿ ਜਾਏਗਾ। ਬੜੀ ਖੂਬਸੂਰਤ ਡਿਸਕਸ਼ਨ ਹੈ, ਲਿਖੀ ਕਿਸੇ ਪਾਕਿਸਤਾਨੀ ਰਾਈਟਰ ਦੀ ਹੈ, ਕਿ ਜਦੋਂ ਈਵਨ ਸਿਵਲਾਈਜੇਸ਼ਨਸ ਦੀ ਗੱਲ ਵੀ ਹੁੰਦੀ ਹੈ, ਬਹੁਤ ਵਾਰ ਜਦੋਂ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ ਸਾਡੇ ਖਿੱਤੇ 'ਚ, ਜਿਹਦੇ 'ਚ ਲਰਕਾਨਾ, ਮੋਹਨਜੋਦਾੜੋ, ਹੜੱਪਾ, ਈਸਟ ਪੰਜਾਬ, ਵੈਸਟ ਪੰਜਾਬ, ਸਿੰਧ, ਇਹ ਸਾਰਾ ਹਿੱਸਾ ਸੀ। ਸੋ ਉਹ ਬੜੇ ਖੂਬਸੂਰਤੀ ਨਾਲ ਉਹਨੇ ਐਕਸਪਲੇਨ ਕੀਤਾ ਕਿ ਵੀ ਇਹ ਜਿਹੜੀ ਸਿਵਲਾਈਜੇਸ਼ਨ ਸੀ ਇਹਦੇ 'ਚ ਕਦੇ ਵੀ ਜਿਹੜਾ ਹੈ ਉਹ ਜਿਹੜਾ ਗੰਗਾ ਜਮਨਾ ਤਹਿਜ਼ੀਬ ਹੈ ਉਹ ਇਹਦਾ ਹਿੱਸਾ ਨਹੀਂ ਸੀ, ਉਹ ਇੱਕ ਵੱਖ ਸਿਵਲਾਈਜੇਸ਼ਨ ਸੀ। ਔਰ ਇਹ ਗੰਗਾ ਜਮਨੀ ਤਹਿਜ਼ੀਬ ਵਾਲੀ ਹੀ ਜਿਹਦੇ 'ਚ ਬ੍ਰਹਮਨਿਜ਼ਮ ਦਾ ਜਾਂ ਦੂਸਰਾ ਉਹ ਕ੍ਰੇਡਲ ਬਣਿਆ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਵੀ ਕਿਉਂਕਿ ਗੰਗਾ ਜਮਨਾ ਵਾਲਿਆਂ ਨੇ ਜਿਹੜੀ ਆਲਰੇਡੀ ਐਗਜ਼ਿਸਟਿੰਗ ਡਰਾਵਿਡਨ ਸਿਵਲਾਈਜੇਸ਼ਨ ਸੀ, ਜਿਹੜੀ ਇੰਡਸ ਵੈਲੀ 'ਚ ਐਗਜ਼ਿਸਟ ਨਹੀਂ ਸੀ ਕਰਦੀ। ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਕਿਉਂਕਿ ਮੈਨੂੰ ਬਹੁਤ ਵਾਰ ਲੱਗਦਾ ਸੀ ਕਿ ਵੀ ਇੱਥੇ ਕੋਈ ਸ਼ਿਵਜੀ ਦਾ ਜਾਂ ਕੋਈ ਗਣੇਸ਼ ਜਾਂ ਦੂਜੇ ਜਿਹੜੇ ਦਰਾਵਿੜਾਂ ਦੇ ਜਿਹੜੀਆਂ 4 ਸਟੇਟਾਂ ਆਂਧਰਾ, 5 ਆਂਧਰਾ, ਤੇਲੰਗਾਨਾ, ਕਰਨਾਟਕਾ, ਤਮਿਲਨਾਡੂ, ਕੇਰਲ ਹੈ, ਵੀ ਉਹਨਾਂ ਦੀ ਕੋਈ ਸਾਂਝ ਸਾਡੀ ਇੰਡਸ ਵੈਲੀ ਵਾਲੇ ਲੋਕਾਂ ਨਾਲ ਜਾਪਦੀ ਨਹੀਂ ਹੈ। ਔਰ ਜ਼ਾਹਰ ਹੈ ਕਿ ਵੀ ਉਹਨਾਂ ਦੇ ਜਿਹੜੇ ਦੇਵਤੇ ਵੀ ਸੀ, ਸ਼ਿਵਜੀ ਕਿਉਂਕਿ ਕਾਲਾ ਵੀ ਹੈ ਤੇ ਉਹਨਾਂ ਦੀ ਡਰਾਵਿਡਨ ਰੇਸ ਦੇਵਤੇ ਉਵੇਂ ਦੇ ਹੁੰਦੇ ਨੇ। ਹੁਣ ਜੇ ਜੀਸਸ ਨੂੰ ਕੋਈ ਅਫਰੀਕਾ ਦਾ ਪੇਂਟਰ ਬਣਾਉਂਦਾ ਤਾਂ ਉਹ ਕਾਲਾ ਬਣਾਉਂਦਾ, ਉਹ ਕਹਿੰਦਾ ਉਹ ਹੈ ਯਹੂਦੀ, ਉਹ ਹੈ ਜੂਇਸ਼ ਸੀ ਜੀਸਸ ਕ੍ਰਾਈਸਟ ਦਾ ਜਿਹੜਾ ਫਲਸਤੀਨੀਅਨ ਜੂ। ਜੇ ਵਾਈਟ ਮੈਨ ਨੇ ਬਣਾਇਆ ਤਾਂ ਇਹਨਾਂ ਨੇ ਗੋਰਾ ਬਣਾਇਆ। ਹੁਣ ਜ਼ਾਹਰ ਹੈ ਕਿ ਵੀ ਉਹਨਾਂ ਨੇ ਸ਼ਿਵਜੀ ਉਹਨਾਂ ਦਾ ਦੇਵਤਾ ਸੀ, ਜਦੋਂ ਇਹਨਾਂ ਨੇ ਬਣਾਇਆ ਇਹਨਾਂ ਨੇ ਨਾਲ ਆਪਣੀ ਗੋਰੀ ਪਾਰਬਤੀ ਬਿਠਾ ਦਿੱਤੀ ਉਹਦੇ। ਲੇਕਿਨ ਮਾਨਸਰੋਵਰ ਦੇ ਨਾਲ ਕਿਉਂਕਿ ਸਾਊਥ ਦੀਆਂ ਪਹਾੜੀਆਂ ਇਹ ਹਿਮਾਲਯਨ ਮਾਊਂਟੇਨਸ ਨਾਲ ਤਾਂ ਕੋਈ ਤਾਲੁਕ ਨਹੀਂ ਹੈ, ਉਹਨਾਂ ਦਾ ਤਾਂ ਵਿੰਧਿਆਚਲ ਤੋਂ ਪਰਲੇ ਪਾਸੇ ਉਹਨਾਂ ਦੀ ਸਾਰੀ ਟੈਰੀਟਰੀ ਸੀ। ਸੋ ਇਹ ਵੀ ਇਹਨਾਂ ਨੇ ਆਪਣਾ ਔਰ ਜਿਹੜਾ ਵਿਸ਼ਨੂੰ ਅਵਤਾਰਵਾਦ ਕ੍ਰੀਏਟ ਕੀਤਾ ਇਹ ਗੰਗਾ ਜਮਨੀ ਤਹਿਜ਼ੀਬ ਨੇ ਕੀਤਾ, ਜਿਹਦੇ ਨਾਲ ਕੋਈ ਸਬੰਧ ਨਹੀਂ ਹੈ ਸਾਡੀ ਇੰਡਸ ਵੈਲੀ ਸਿਵਲਾਈਜੇਸ਼ਨ ਦਾ। ਇੱਥੇ ਜਿਹੜਾ ਇੱਕ ਵੱਖਰੀਆਂ ਰੇਸਿਸ ਲੋਕ ਆਂਦੇ ਗਏ, ਉਹਨਾਂ ਦਾ ਆਪਣਾ ਔਰ ਜਿਹੜੀ ਐਡਵਾਂਸਡ ਸਿਵਲਾਈਜੇਸ਼ਨ ਸੀ ਉਹ ਜ਼ਾਹਰ ਹੈ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਸੀ, ਜਿਹਦਾ ਵੱਡੇ ਸੈਂਟਰਸ ਦੀ ਗੱਲ ਮੈਂ ਪਹਿਲਾਂ ਕੀਤੀ ਹੈ, ਜਿਨ੍ਹਾਂ ਦੇ 20th ਸੈਂਚੁਰੀ ਜਦੋਂ ਅੰਗਰੇਜ਼ਾਂ ਨੇ ਖੁਦਾਈ ਕਰਵਾਈ ਔਰ ਜਿਹਦੇ ਬਹੁਤ ਸਾਰੇ ਸਬੂਤ ਔਰ ਉਹਦੇ ਚੋਂ ਹੋਰ ਚੀਜ਼ਾਂ ਵੀ ਨਿਕਲੀਆਂ। ਹੁਣ ਇਹਨਾਂ ਨੇ ਬਿਲਟ ਤਾਂ ਕਰ ਦਿੱਤਾ ਹੈ ਕਿ ਜੀ ਜਿਹੜੇ ਕੈਲਾਸ਼ ਪਰਬਤ ਹੈ, ਜਿਹੜੀ ਹਿਮਾਲਿਆ ਦੀਆਂ ਮਾਊਂਟੇਨ ਰੇਂਜਸ ਨੇ, ਉਹਨਾਂ ਦੇ ਉੱਤੇ ਸ਼ਿਵਜੀ ਬੈਠੇ ਨੇ। ਸ਼ਿਵਜੀ ਦੇ ਨਾਲ ਪਾਰਬਤੀ ਬਿਠਾ ਦਿੱਤੀ ਉਹਨਾਂ ਨੇ ਕਲੇਮ ਕਰਕੇ। ਸ਼ਿਵਜੀ ਨੂੰ ਵੀ ਉਹਨਾਂ ਨੇ ਦਰਾਵਿੜਾਂ ਨੂੰ ਆਪਣੇ 'ਚ ਜਿਹੜਾ ਉਹ ਜ਼ਮ ਕਰਨ ਦੇ ਲਈ, ਜਜ਼ਬ ਕਰਨ ਦੇ ਲਈ ਉਹਨਾਂ ਦੇ ਦੇਵਤੇ ਵੀ ਗਣੇਸ਼ ਵੀ ਲੈ ਲਿਆ, ਉਹ ਵੀ ਲੈ ਲਿਆ, ਉਹਨਾਂ ਨੂੰ ਵੀ ਜਿਹੜਾ
ਹਾਲਾਂ ਅਜੇ ਵੀ ਰਾਮ ਕ੍ਰਿਸ਼ਨ ਜਾਂ ਦੂਜੇ ਜਿਹੜੇ ਇਹਨਾਂ ਦੇ ਨਾਰਥ ਇੰਡੀਆ ਦੇ ਹਿੰਦੂ ਅਵਤਾਰ ਨੇ ਉਹ ਸਾਊਥ ਵਾਲੇ ਨਹੀਂ ਮੰਨਦੇ, ਉਹ ਅਜੇ ਵੀ ਸ਼ਿਵ ਜੀ ਜਾਂ ਕਾਰਤਕ ਜਾਂ ਗਣੇਸ਼ ਜਾਂ ਦੂਜੇ ਉਹ ਆਪਣਿਆਂ ਨੂੰ ਹੀ ਮੰਨਦੇ ਨੇ। ਜੀ ਹੁਣ ਉਸ ਸਾਰੇ ਚੋਂ ਸ਼ਿਵ ਜੀ ਦੀ ਕੋਈ ਥਾਂ ਤਾਂ ਬਣਾਣੀ ਸੀ, ਉਹ ਹਿਮਾਲਿਆ ਪਹਾੜ ਬਣਾ ਦਿੱਤੇ। ਮਾਨਸਰੋਵਰ ਨੂੰ ਇਹ ਸਾਬਤ ਕਰ ਦਿੱਤਾ ਹੈ ਕਿ ਜੀ ਇਹ ਦੁਨੀਆ ਦੀ ਉੱਥੇ ਹੰਸ ਨੇ, ਔਰ ਇਹ ਮਾਨਸਰੋਵਰ ਜਿਹੜਾ ਉਹਦੇ ਨਾਲ ਉਹ ਸ਼ਿਵ ਜੀ ਦਾ ਸੰਬੰਧ ਵੀ ਜੋੜ ਦਿੱਤਾ ਹੈ। ਜੀ ਹੁਣ ਜਦੋਂ ਬ੍ਰਹਮਚਲਾਨੀ 4 ਧਰਮਾਂ ਦੀ ਗੱਲ ਕਰ ਰਿਹਾ ਹੈ, ਜ਼ਾਹਰ ਹੈ ਕਿਉਂਕਿ ਮਾਨਸਰੋਵਰ ਤਿੱਬਤ ਦੇ ਵਿੱਚ ਹੈ, ਤਿੱਬਤ ਹੁਣ ਚੀਨ ਦਾ ਹਿੱਸਾ ਹੈ, ਸੋ ਬੁੱਧ ਧਰਮ ਦੇ ਵਿੱਚ ਜਿਹੜਾ ਪਾਣੀ ਦਾ ਜਾਂ ਲੇਕ ਦੇ ਕੰਢੇ ਜਿਹੜਾ ਉਹ ਮੱਠ ਬਣਾਉਣਾ ਜਾਂ ਦੂਜਾ ਪਾਣੀ ਔਰ ਬੁੱਧ ਧਰਮ ਦਾ ਖੜੇ ਲੇਕ ਦੇ ਦੁਆਲੇ, ਇਹ ਬੁੱਧ ਧਰਮ ਦਾ ਸੰਬੰਧ ਜ਼ਰੂਰ ਹੈ। ਲੇਕਿਨ ਜਿਹੜਾ ਉਹ ਦੂਜੇ 2 ਧਰਮ ਕਿਹੜੇ ਕਹਿਣਾ ਚਾਹੁੰਦੇ ਹੈ ਕਿ ਜਿਹਦੇ ਨਾਲ ਮਾਨਸਰੋਵਰ ਜਾਂ ਕੈਲਾਸ਼ ਜੁੜਿਆ, ਹੁਣੇ ਜੇ ਸਿੱਖੀਜ਼ਮ ਕਹਿੰਦਾ ਤਾਂ ਫਸ ਜਾਣਾ ਸੀ, ਹੋਰ ਪਤਾ ਨਹੀਂ ਚੌਥਾ ਕਿਹੜਾ ਧਰਮ ਜੋੜਨਾ ਚਾਹੁੰਦਾ, ਜੈਨਿਜ਼ਮ ਹੋ ਸਕਦਾ ਹੈ। ਸੋ ਉਹ ਇਹਨੇ ਗੋਲ ਕਰ ਦਿੱਤਾ ਹੈ ਔਰ ਇਹਨੂੰ ਜਿਹੜਾ ਉਹ ਬੁੱਧ, ਕਿਉਂਕਿ ਤਿੱਬਤ ਨੂੰ ਨਾਲ ਜੋੜਨਾ ਸੀ, ਤਿੱਬਤ ਦਾ ਹਾਲਾਂਕਿ ਤਿੱਬਤ ਦਾ ਜਿਹੜਾ ਬੁੱਧਿਜ਼ਮ ਹੈ ਦਲਾਈ ਲਾਮੇ ਦਾ ਉਹਨੂੰ ਮੰਨਦੇ ਹੀ ਨਹੀਂ ਮੇਨ ਸਟ੍ਰੀਮ ਬੁੱਧਿਜ਼ਮ ਵਾਲੇ, ਕਿ ਵੀ ਇਹ ਤਾਂ ਐਵੇਂ ਪਰਵਰਸ਼ਨ ਹੈ ਉਹ ਸਾਰੇ ਰੀਅਲ ਬੁੱਧਿਜ਼ਮ ਦੀ। ਪਰ ਅਸਲੀ ਗੱਲ ਜਿਹੜੀ ਇਹਨੇ ਕਹੀ ਉਹਦੇ ਵੱਲ ਕਿਸੇ ਨੇ ਇਹਦੇ ਤੇ ਫੋਕਸ ਨਹੀਂ ਕੀਤਾ ਕਿ ਚਾਈਨਾ ਮਾਨਸਰੋਵਰ ਦੇ ਨੇੜੇ ਜਿਹੜਾ ਉਹ ਗਰਾਊਂਡ ਟੂ 에ਅਰ ਮਿਸਲ ਸਾਈਟ ਬਣਾ ਰਿਹਾ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਤਿੱਬਤ ਜਿਹੜਾ ਹੈ ਰੂਫ ਆਫ ਦਾ ਵਰਲਡ ਹੈ ਜੀ, ਔਰ ਸਾਰਾ ਭਾਰਤ ਜਿਹੜਾ ਹੈ ਤਿੱਬਤ ਤੋਂ ਜਿਵੇਂ ਜਿਹਨੂੰ ਮਿਲਟਰੀ ਟਰਮ ਹੁੰਦੀ ਹੈ ਐਜ਼ ਦਾ ਕਰਾਉ ਫਲਾਈਜ਼, ਕਿ ਜੇ ਕਾਂ ਦੀ ਉਡਾਨ ਦੇਖੋ ਜਿਵੇਂ ਉਹ ਉੱਡਦਾ ਤੇ ਸਾਰਾ ਭਾਰਤ 200-250 ਮੀਲ ਦੀ ਰੇਂਜ ਦੇ ਵਿੱਚ ਹੀ ਆ ਜਾਂਦਾ ਹੈ ਉਹਨਾਂ ਨੂੰ ਕੋਈ ਨਿਊਕਲੀਅਰ ਵੀ ਦਾਗਣ ਦੀ ਲੋੜ ਨਹੀਂ ਹੈ। ਆਰਡੀਨਰੀ ਜੇ ਉੱਥੋਂ ਵੱਟੇ ਵੀ ਮਾਰ ਦੇਣ ਗਲੇਲਾਂ 'ਚ ਭਰ ਕੇ ਤਾਂ ਗਲੇਲਾਂ ਨੂੰ ਪਿੱਛੋਂ ਦੀ ਪੁਸ਼ ਕਰਕੇ ਤਾਂ ਅੱਧੇ ਤਾਂ ਸਟੈਂਪੀਡ ਨਾਲ ਮਰ ਜਾਣੇ ਸਾਰੇ 4 ਚਫੇਰੇ। ਲੇਕਿਨ ਹੁਣ ਇਹ ਖੁਦ ਐਡਮਿਟ ਕਰ ਰਹੇ ਨੇ ਵੀ ਉੱਥੇ ਉਹ ਪ੍ਰੋਪਰ ਜਿਹੜਾ ਹੁੰਦਾ ਰੂਫ ਆਫ ਦਾ ਵਰਲਡ 에ਅਰ ਟੂ ਗਰਾਊਂਡ ਟੂ 에ਅਰ ਮਿਸਲ ਸਾਈਟ ਡਿਵੈਲਪ ਕਰ ਰਹੇ ਨੇ। ਔਰ ਨਾਲ ਹੀ ਨਾਲ ਉਹ ਕਹਿ ਰਹੇ ਨੇ ਜੀ ਇਹ ਜਿਵੇਂ ਉਹਨਾਂ ਨੇ ਇੱਥੇ ਗੱਲ ਮਿਲਟਰੀ ਟਾਰਗੇਟ ਦੀ ਨਹੀਂ ਕਰ ਕਿ ਜਿਸ ਤਰ੍ਹਾਂ ਜੀ ਦੇਖੋ ਇਹ ਸਾਡੀ ਰਿਲੀਜੀਅਸਲੀ ਜਿਹੜੀ ਹੋਲੀ ਸਾਈਟ ਹੈ ਉਹਨੂੰ ਇਹ ਬਰਬਾਦ ਕਰ ਰਹੇ ਨੇ। ਉਹ ਤੁਸੀਂ ਪੰਜਾਬ ਸਾਡਾ ਜਿਹੜਾ ਸਾਰਾ ਇੰਚ ਗੁਰੂਆਂ ਦੇ ਚਰਨ ਛੋੜ ਦੇ ਨਾਲ ਹੋਲੀ ਹੈ, ਤੁਸੀਂ ਪ੍ਰਿਥਵੀ ਮਿਸਰਾਈਲਾਂ ਰੱਖੀਆਂ ਹੋਈਆਂ ਨੇ, ਅੰਮ੍ਰਿਤਸਰ ਰੱਖੀਆਂ ਹੋਈਆਂ ਨੇ, ਜਲੰਧਰ ਰੱਖੀਆਂ ਨੇ, ਤੁਸੀਂ ਬਠਿੰਡੇ ਜਿੱਥੇ ਸਾਡਾ ਤਖਤ ਦਮਦਮਾ ਸਾਹਿਬ ਹੈ ਉੱਥੇ ਰੱਖੀਆਂ ਹੋਈਆਂ ਨੇ। ਉਦੋਂ ਤੁਹਾਨੂੰ ਨਹੀਂ ਨਜ਼ਰ ਆਉਂਦਾ ਕਿ ਵੀ ਤੁਸੀਂ ਸਾਰੀ ਮਿਲਟਰੀ ਇਕਵਿਪਮੈਂਟ ਵੈਸਟਰਨ ਕਮਾਂਡ ਦੇ ਸਾਰੇ ਸੈਂਟਰ ਤੁਸੀਂ ਲਿਆ ਕੇ ਫੌਜ ਪੰਜਾਬ ਦੀ ਧਰਤੀ ਤੇ ਰੱਖੀ ਹੋਈ ਹੈ। ਲੇਕਿਨ ਹੁਣ ਦੂਸਰਾ ਪੱਖ ਇਹ ਹੈ ਕਿ ਵੀ ਇਹ ਜਿਹੜੀਆਂ ਇਹਨਾਂ ਦੀਆਂ ਗਿੱਦੜ ਭਪਕੀਆਂ ਚੱਲ ਰਹੀਆਂ, ਜਿਹਦੀ ਮੈਂ ਗੱਲ ਕਰਾਂਗਾ, ਬਿਪਨ ਰਾਵਤ ਨੇ ਹਿੰਦੁਸਤਾਨ ਟਾਈਮਜ਼ ਨੂੰ ਇੰਟਰਵਿਊ ਦਿੱਤਾ, ਉਹਦੇ 'ਚ ਉਹਨੇ ਇਸ ਕਿਸਮ ਦੀ ਦਿੱਤੀ ਹੈ ਗਿੱਦੜ ਭਪਕੀ। ਪਰ ਹਕੀਕਤ ਇਹ ਹੈ ਕਿ ਚਾਈਨਾ ਦੇ ਨਾਲ 6-7 ਰਾਉਂਡ ਗੱਲਬਾਤ ਕਰਨ ਤੋਂ ਬਾਅਦ ਵੀ ਜੈਸੇ ਥੇ ਵਾਲੀ ਗੱਲ ਹੈ। ਔਰ ਇਹਨਾਂ ਦੀ ਲਾਈਨ ਉਹੀ ਹੈ ਉਹ ਜਿਹੜੀ ਅਕਸਰ ਬਾਣੀਏ ਦੀ ਔਰ ਕਿਸਾਨ ਦੀ ਲੜਾਈ ਦੇ ਵਿੱਚ ਦੀ ਕਹਾਣੀ ਦੇ ਨਾਲ ਹੁੰਦੀ ਹੈ ਕਿ ਵੀ ਉਹ ਮਾਰਦਾ ਕੁੱਟ ਕੇ ਥੱਲੇ ਸੁੱਟ ਲੈਂਦਾ, 4 ਕਸੁੰਨ ਸੁੱਟਦਾ, ਉਹ ਕਹਿੰਦਾ ਇਬਕੀ ਬਾਰ ਮਾਰ ਤੋਂ ਦੇਖੋ, ਉਹ 2 ਹੋਰ ਛੱਡੀਆਂ ਇਬਕੀ ਬਾਰ ਮਾਰ ਤੋਂ ਦੇਖੋ। ਹੁਣ ਮਾਰਚ ਮਹੀਨੇ ਤੋਂ ਸ਼ੁਰੂ ਹੋ ਗਿਆ ਕੰਮ, ਮਈ ਜੂਨ ਚੱਲਦੇ ਆ, ਜਿਹੜਾ ਉਹ 15 ਤੋਂ 16 ਜੂਨ ਦੀ ਰਾਤ ਨੂੰ ਇਬਕੀ ਮਾਰ ਵਾਲੇ ਦੇ ਨਾਲ ਹੋਰ ਚਲਾ ਗਿਆ। ਹੁਣ ਨਾ ਤਾਂ ਇਹਨਾਂ ਦੀ ਸੋ ਕਾਲਡ ਗੱਲਬਾਤ ਦਾ ਜਿਹੜੀ ਇਹ ਨੌਟੰਕੀ ਕਰਦੇ ਨੇ ਲੋਕਾਂ ਨੂੰ ਦਿਖਾਉਣ ਲਈ ਉਹ ਕਿਸੇ ਕੰਢੇ ਲੱਗੀ ਹੈ, ਲੇਕਿਨ ਔਰ ਨਾਲ ਦੀ ਨਾਲ ਬ੍ਰਹਮਚਲਾਨੀ ਜਿਹਦਾ ਜਿਹੜਾ ਕ੍ਰੈਡੀਬਲ ਸੋਰਸ ਹੈ ਇਹਨਾਂ ਦਾ, ਉਹ ਕਹਿ ਰਿਹਾ ਵੀ ਸਰਫੇਸ ਟੂ 에ਅਰ ਮਿਸਲ ਸੈਂਟਰ ਐਨ ਤੁਹਾਡੀ ਧੁੰਨੀ ਦੇ ਵਿੱਚ ਮਾਨਸਰੋਵਰ ਦੇ ਉੱਤੇ ਬਣਾ ਰਹੇ ਨੇ ਕਿ ਬਈ ਆ ਜਾਓ, ਆਪਣਾ ਤੁਹਾਡਾ ਮਾਨਸਰੋਵਰ ਹੈ, ਅਸੀਂ ਹੁਣੇ ਤੁਹਾਡੀ ਰੱਖਿਆ, ਇੱਥੋਂ ਤੁਹਾਨੂੰ ਜਿਹੜਾ ਮੈਸੇਜ ਦੇਵਾਂਗੇ। ਔਰ ਇਧਰ ਉਹੀ ਇਬਕੀ ਬਾਰ ਮਾਰ ਤੋਂ ਦੇਖੋ, ਇਹ ਜਿਹੜਾ ਚੀਫ ਆਫ ਡਿਫੈਂਸ ਸਟਾਫ ਹੈ ਬਿਪਨ ਰਾਵਤ, ਇੰਡੀਆ ਇਜ਼ ਰੈਡੀ ਫॉर ਮਿਲਟਰੀ ਐਕਸ਼ਨ ਇਫ ਟਾਕਸ ਫੇਲ, CDS ਰਾਵਤ ਔਨ ਚਾਈਨਾ। ਕਿੰਨੀ ਕੁ ਦੇਰ ਹੋਰ ਇਬਕੀ ਬਾਰ ਮਾਰ ਤੋਂ ਦੇਖੂੰ ਦਾ ਤਾਂ ਕੋਈ ਐਂਡ ਨਹੀਂ ਹੋਣਾ। ਪਰ ਹਿੰਦੁਸਤਾਨ ਟਾਈਮ ਨੂੰ ਦਿੱਤੇ ਇੰਟਰਵਿਊ 'ਚ ਉਹਨੇ ਕਿਹਾ, ਨਾਲ ਦੀ ਨਾਲ ਉਹ ਕਹਿ ਰਹੇ ਟ੍ਰਾਂਸਗ੍ਰੈਸ਼ਨਸ ਅਲੋਂਗ ਲਾਈਨ ਆਫ ਐਕਚੁਅਲ ਕੰਟਰੋਲ ਅਕਰ due to differing perceptions about its alignment. Defense services are tasked to monitor and carry out surveillance and prevent such transgression turning into intrusion. ਇਹ ਉਹ ਹੈ ਬ੍ਰਾਹਮਣਿਕਲ ਲੈਂਗੁਏਜ ਜਿਹਦੇ ਵਿੱਚ ਤੁਸੀਂ ਕੋਈ ਸਿੱਧੀ ਗੱਲ ਹੀ ਨਾ ਕਰੋ, ਤੁਸੀਂ ਘੁਮਾ ਕੇ ਕਰੋ ਕਿ ਵੀ ਉਹ ਜਿਵੇਂ ਇਟਾਲੀਅਨ ਜਿਹੜੇ ਨੇ 2 ਸ਼ਾਹਜਹਾਂ ਦੇ ਮੁਗਲ ਦਰਬਾਰ ਵੇਲੇ
ਜਿਹੜੇ ਨੇ ਉੱਥੇ ਆਗਰੇ 'ਚ ਸੀ ਉਹਦੇ ਨਾਲ, ਬਾਅਦ 'ਚ ਉਹਨਾਂ ਨੇ ਆ ਕੇ ਇਟਾਲੀਅਨ ਜ਼ਬਾਨ 'ਚ ਕਿਤਾਬ ਵੀ ਕੋਈ ਲਿਖੀ। ਉਹਦਾ ਮੈਂ ਬਹੁਤ ਸਮਾਂ ਪਹਿਲਾਂ ਜਿਹੜਾ ਉਹ ਟਰਾਂਸਲੇਸ਼ਨ ਕਿਤੇ ਮੈਂ ਦੇਖ ਰਿਹਾ ਸੀ, ਉਹਦੇ 'ਚ ਉਹਨੇ ਹਰ ਇੱਕ ਦਾ ਕਰੈਕਟਰ ਬਿਆਨ ਕੀਤਾ। ਉਹਨੇ ਕਿਹਾ ਵੀ ਇਹ ਜਿਹੜਾ ਹਿੰਦੂ ਬਣੀ ਹੈ, ਜਿਹੜਾ ਜ਼ਾਹਰ ਹੈ ਮੁਗਲਾਂ ਦਾ ਵੀ ਕੰਮਕਾਰ, ਉਹਨਾਂ ਦੇ ਵੀ ਅਕਾਊਂਟੈਂਸੀ ਤੇ ਦੂਜੇ ਬਾਣੀਆਂ ਹੀ ਬੈਠੇ ਸੀ। ਉਹਨੇ ਕਿਹਾ ਵੀ ਇਹ ਬੜੀ ਅਜੀਬ ਰੇਸ ਹੈ, ਇਹ ਕਦੇ ਤੁਹਾਨੂੰ ਸਟੇਟ ਆਨਸਰ ਨਹੀਂ ਦਿੰਦੇ। ਔਰ ਉਹਦੇ 'ਚ ਉਹਨੇ ਕਿਹਾ ਵੀ ਜਿਸ ਤਰ੍ਹਾਂ ਮਸਲਨ ਉਹ ਇਟਾਲੀਅਨ ਕਹਿ ਰਿਹਾ ਕਿ ਜੇ ਬਾਣੀਆਂ ਨੂੰ ਪੁੱਛਿਆ ਜਾਏ ਕਿ ਵੀ ਕੱਲ ਕੀ ਦਿਨ ਹੋਏਗਾ, ਤੇ ਉਹ ਤੁਹਾਨੂੰ ਕਹੇਗਾ ਕਿ ਪਿਛਲੇ ਕੱਲ ਇਹ ਦਿਨ ਥਾ। ਉਹ ਤੁਸੀਂ ਕਹੋ ਜੀ ਫਿਰ ਉਹਨੂੰ ਪੁੱਛੋ ਕਿ ਵੀ, ਉਹ ਕਹੇਗਾ ਕਿ आज ਇਹ ਦਿਨ ਹੈ। ਕਹਿੰਦੇ ਉਹ ਨੇਮ ਨਹੀਂ ਕਰੇਗਾ ਵੀ ਕੱਲ ਕੀ ਦਿਨ ਹੈ। ਉਹਨੇ ਉਦਾਹਰਣ ਦਿੱਤੀਆਂ ਹੋਰ ਵੀ ਡਿਟੇਲ, ਪਰ ਜਿਹੜੀ ਮੇਰੀ ਮੈਮਰੀ 'ਚ ਪਈ ਆ ਉਹ ਇਹ ਸੀ ਕਿ ਈਵਨ ਜਿਹੜਾ ਸਾਹਮਣੇ ਹੈ ਉਹਦੇ ਬਾਰੇ ਵੀ ਉਹ ਸਟੇਟ ਆਨਸਰ ਨਹੀਂ ਦੇਗਾ। ਹੁਣ ਇਹ ਜਦੋਂ ਮੈਂ ਬਿਪਨ ਰਾਵਤ ਦਾ ਪੜ੍ਹ ਰਿਹਾ ਸੀ, ਮੈਂ ਕਿਹਾ ਇਹ ਬਾਣੀਏ ਵਾਂਗੂ ਕਹਿ ਰਿਹਾ ਕਿ ਜੀ ਉਹ ਫੌਜ ਹੁੰਦੀ ਹੈ, ਉਹ ਟਰਾਂਸਗ੍ਰੈਸ਼ਨ ਨਾ ਹੋ ਜਾਏ, ਉਹਦੇ ਲਈ ਪਰਸੈਪਸ਼ਨਸ ਵੀ ਡਿਫਰੈਂਟ ਹੁੰਦੀਆਂ। ਇਹਦਾ ਮਤਲਬ ਇਹ ਹੈ ਕਿ ਮੋਦੀ ਦੀ ਪਰਸੈਪਸ਼ਨ ਹੋ ਰਿਹਾ ਹੈ, ਤੇਰੀ ਪਰਸੈਪਸ਼ਨ ਹੋ ਰਿਹਾ ਹੈ, ਤੇ ਜਿਨ੍ਹਾਂ ਨੇ ਹਜ਼ਾਰਾਂ ਸਕੁਅਰ ਕਿਲੋਮੀਟਰ ਲੈ ਲਈ ਉਹਨਾਂ ਦੀ ਪਰਸੈਪਸ਼ਨ 'ਚ ਤਾਂ ਜਿਹੜਾ ਉਹਨਾਂ ਨੇ ਅਜੇ ਤੁਹਾਡਾ ਅਰੁਣਾਚਲ ਵੀ ਲੈਣਾ ਹੈ, ਉਹਨਾਂ ਨੇ ਤੁਹਾਡਾ ਲਦਾਖ ਵੀ ਲੈਣਾ, ਕਿਉਂਕਿ ਉਹਨਾਂ ਦੀ ਪਰਸੈਪਸ਼ਨ ਹੈ। ਨਾਲ ਦੀ ਨਾਲ ਇਹ ਕਹਿ ਰਹੇ the whole of government approach is adopted to peacefully resolve any such activity and prevent intrusions। ਪ੍ਰੀਵੈਂਟ ਸਮਝ ਆ ਸਕਦਾ ਜੇ ਆਲਰੇਡੀ ਇੰਟਰੂਜਨ ਹੈ ਤੇ ਉਹਦੇ ਬਾਰੇ ਕੀ ਹੈ। ਹੁਣ ਇਹ ਮੰਨਣ ਨੂੰ ਤਿਆਰ ਨੇ ਵੀ ਇੰਟਰੂਜਨ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਝੂਠ ਬੋਲ ਚੁੱਕਾ ਹੈ। ਫਿਰ ਇਹ ਕਹਿ ਰਹੇ ਡਿਫੈਂਸ ਸਰਵਿਸਿਜ਼ ਆਲਵੇਜ਼ ਰਿਮੇਨ ਪ੍ਰੀਪੇਅਰਡ ਫॉर ਮਿਲਟਰੀ ਐਕਸ਼ਨਸ। 15-16 ਜੂਨ ਦੀ ਰਾਤ ਨੂੰ ਵੀ ਤੁਸੀਂ ਪੂਰੇ ਪ੍ਰੀਪੇਅਰ ਸੀ, ਜ਼ਮਾਨੇ ਨੇ ਦੇਖਿਆ ਤੁਹਾਨੂੰ ਕਾਠੇ ਪਹਿਲਵਾਨਾਂ ਨੂੰ। ਬਿਲਕੁਲ military action should all effort to defense services always remain prepared for military actions, should all efforts to restore status quo along the line of actual control do not succeed। ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਨੇ ਸਾਰੇ ਐਕਸ਼ਨ ਲਈ ਪ੍ਰਿਪੇਅਰ ਹੈ, ਇਹ ਉਵੇਂ ਹੀ ਹੈ ਕਿ ਵੀ ਤਨਖਾਹ ਵਧਾ ਦਿਓ, ਨਹੀਂ ਤੇ ਨਹੀਂ ਤੇ ਕੀ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਸੋ ਮੈਂ ਸਮਝਦਾ ਕਿ ਵੀ ਇਹ ਸਾਰਾ ਹੀ ਇੱਕ ਪਾਸੇ ਜਿਹੜੀ ਇਹਨਾਂ ਦੀ ਪੋਲੀਟੀਕਲ ਨੌਟੰਕੀ ਹੈ ਮੋਦੀ ਦੀ, ਉਹ ਜਾਰੀ ਹੈ। ਔਰ ਹੁਣ ਬਿਪਨ ਰਾਵਤ ਨਿਕਲਿਆ, ਉੱਠਿਆ, ਜਦੋਂ ਉਹਨੇ ਦਿੱਤਾ ਇੰਟਰਵਿਊ ਜਾਂ ਗੱਲ ਕੀਤੀ, ਹੋਰ ਵੀ ਕਈ ਥਾਂ ਤੇ ਆਇਆ ਹੋਇਆ ਕਿ ਵੀ ਦੇਖੋ ਹੁਣ ਕੀ ਕਹਿੰਦਾ। ਹੁਣ ਉਹੀ ਕਹਿ ਰਿਹਾ ਕਿ ਪਰਸੈਪਸ਼ਨਸ ਡਿਫਰੈਂਟ ਨੇ, ਫੌਜ ਸਾਡੀ ਪ੍ਰਿਪੇਅਰ ਹੈ ਪੂਰੀ ਇੰਟਰਵਿਊਜ਼ ਲਈ, ਜੇ ਗੱਲਬਾਤ ਸਫਲ ਨਾ ਹੋਈ ਤੇ ਮਿਲਟਰੀ ਆਪਸ਼ਨ ਵੀ ਮੌਜੂਦ ਹੈ। ਜੇ ਇੰਟਰੂਜਨ ਨਹੀਂ ਹੋਈ, ਗੱਲਬਾਤ ਕਿਹਦੇ ਨਾਲ ਹੋ ਰਹੀ ਹੈ ਤੇ ਕਾਦੇ ਲਈ ਹੋ ਰਹੀ ਹੈ। ਹੁਣ ਇਹ ਨਹੀਂ ਹੈ ਜਿਹਨੂੰ ਇਹ ਕਹਿੰਦੇ ਨੇ ਕਿ ਵੀ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਵੀ ਜਾਂ ਤਾਂ ਤੁਸੀਂ ਸਹਿ ਦੇ ਨਾਲ ਹੋ ਤੇ ਜਾਂ ਤੁਸੀਂ ਸ਼ਿਕਾਰੀ ਕੁੱਤੇ ਦੇ ਨਾਲ ਹੋ। ਹੁਣ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ, ਕਿਉਂਕਿ ਬਹੁਤ ਵਾਰ ਜਿਹੜਾ ਬਹੁਤ ਆਪਣੇ ਆਪ ਨੂੰ, ਇਹ ਵੀ ਸਾਡੀ ਪੰਜਾਬੀ ਦਾ ਬੜਾ ਰਿਚ ਐਕਸਪ੍ਰੈਸ਼ਨ ਹੈ, ਕਿਉਂਕਿ ਕਾਂ ਜਿਹੜਾ ਉਹ ਬਹੁਤ ਕਾਂ ਕਰਦਾ ਹੈ, ਤੇ ਜਿਹੜਾ ਬਹੁਤ ਬੋਲੇ, ਜਿਵੇਂ ਇਹ ਹਿੰਦੂ ਦੇ ਵੀ ਬੋਲਦੇ ਨੇ, ਤੇ ਉਹ ਬਹੁਤਾ ਬੋਲਣ ਵਾਲਾ ਇਹ ਸਮਝਦਾ ਹੁੰਦਾ ਵੀ ਦੂਸਰੇ ਸਾਰੇ ਬੇਵਕੂਫ ਨੇ ਤੇ ਮੇਰੀ ਅਕਲ ਹੀ ਹੈ। ਪਰ ਨਾਲ ਸਾਡੇ ਸਿਆਣਿਆਂ ਨੇ ਇਹ ਵੀ ਕਿਹਾ ਕਿ ਜਿਹੜਾ ਸਿਆਣਾ ਕਾਂ ਹੈ, ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ, ਅਲਟੀਮੇਟਲੀ ਗੂੰ ਦੇ ਉੱਤੇ ਹੀ ਡਿੱਗਦਾ ਜਾ ਕੇ। ਸੋ ਇਹ ਹੁਣ ਡਿੱਗ ਪਏ ਨੇ, ਲਿਬੜੇ ਵੀ ਹੋਏ ਨੇ। ਹੁਣ ਇਹ ਤਾਂ ਨੂੰ ਮੂੰਹ ਚੁੱਕ ਕੇ ਦੇਖ ਵੀ ਰਹੇ ਨੇ ਕਾਂ ਦੀ ਅੱਖ ਨਾਲ ਕਿ ਵੀ ਹੁਣ ਇਹ ਗੂੰ ਲਿਬੜਿਆ, ਜਾ ਕੇ ਮਾਨਸਰੋਵਰ ਦੀ ਝੀਲ 'ਚ ਕਾਂ ਨੂੰ ਭੇਜ ਦਿਓ। ਪਰ ਉੱਥੇ ਹੁਣ ਇਹਨਾਂ ਦਾ ਹੀ ਕਹਿਣ ਮੁਤਾਬਕ ਪਹੁੰਚ ਹੀ ਹੰਸ ਸਕਦੇ ਨੇ। ਸੋ ਹੁਣ ਕਾਵਾਂ ਨੇ ਕਾਂ ਰਹਿਣਾ, ਹੰਸਾਂ ਨੇ ਹੰਸ ਰਹਿਣਾ। ਹਾਂ, ਕਾਂ ਜਿਹੜਾ ਹੈ ਜੇ ਉਹ ਚਿੱਟੀ ਮਾਤਾ ਦਾ ਕਿਸੇ ਦਾ ਦੇਵੀ ਦਾ ਉਹ ਪਾ ਕੇ ਚੋਲਾ, ਉਹ ਕਹੇ ਕਿ ਜੀ ਮੈਂ ਹੁਣ ਹੰਸ ਬਣ ਗਿਆ, ਉਹ ਨਹੀਂ ਹੈ। ਸੋ ਇਹ ਮੈਂ ਸਮਝਦਾ ਵੀ ਸਾਰੇ ਚੋਂ ਇਹਨਾਂ ਦੀ ਜਿਹੜੀ ਹੈ ਔਕਾਤ ਉਹ ਵੀ ਸਾਹਮਣੇ ਆਈ ਹੈ। ਔਰ ਚੀਨ ਆਪਣੇ ਬੜੀ ਸਮਾਰਟ ਡਿਪਲੋਮੇਸੀ ਔਰ ਦੂਜਾ ਬੋਲਦਾ ਨਹੀਂ ਹੈ, ਦਿਖਾਉਂਦਾ ਹੈ। ਉਹਨਾਂ ਨੇ ਦਿਖਾਤਾ ਵੀ ਤੁਹਾਡੀ ਮਾਨਸਰੋਵਰ ਤੇ ਸਰਫੇਸ ਟੂ 에ਅਰ ਮਿਸਲ ਸਟੇਸ਼ਨ ਬਣ ਰਿਹਾ। ਸੋ ਇਹ ਅਸਲੀ ਡਿਪਲੋਮੇਸੀ ਵੀ ਹੈ ਔਰ ਮਿਲਟਰੀ ਮਾਈਟ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।